इतिहास के पन्नों से जो लोग हम तक चलकर आते हैं वही लोग अपने पुरुषार्थ और संघर्ष के कारण हर वक्त पूजे जाते हैं। इतिहास के पन्नों में हम ही ने सजाया है उनको, क्योंकि भंवर से किश्तियाँ खींचकर किनारों तक वही लाते हैं। The heights by great men kept and reached, not attained by a sudden flight, but they, while their companion slept, toiling upwards in the night. Longman, according to Longman. So woods are lovely, dark and deep, but I have promises to keep. 100 miles to go before I sleep. 100 miles to go before I sleep. Robert Frost. Dr. B.R. Ambedkar said, I like the religion which teaches equality, fraternity and liberty. Life should be great rather than long. Be agitated, be educated, be organized, be agitated. Dr. Babasaheb Ambedkar. APJ Abdul Kalam. He said, if you want to shine like sun, first burn like sun. Then he again said, climbing to the top needs strength. Whether it is to the top of the Mount Everest or is the top of your career, it needs strength. मंजिलों को पाने के लिए गुबार और तूफान से गुजर जाना है। जिंदगी एक रास्ता है, कांटों को, पत्थरों को, पर्वतों को रास्ते से हटाना है। रह गुजर में आएंगी बहुत सी गर्दिशें, ज़मीन पर आसमां को झुकाना है। आएंगे ना जाने मकाम कैसे कैसे, ज़मीन पर लेट कर नहीं, आग के दरिया से गुजर जाना है, क्योंकि मंजिलों को पाना है, मंजिलों को पाना है। कांची टीवी देख रहे पूरे संसार ਦੇ ਵਿੱਚ, ਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਜਿੱਥੇ ਜਿੱਥੇ ਵੀ ਕਾਂਚੀ ਟੀਵੀ ਇਸ ਵੇਲੇ ਟੈਲੀਕਾਸਟ ਹੋ ਰਿਹਾ ਹੈ। ਦਾਸ ਵੱਲੋਂ ਦੋਵੇਂ ਹੱਥ ਜੋੜ ਕੇ ਜੈ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਅੱਜ ਦਾ ਟੌਪਿਕ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਕੱਲ੍ਹ ਨੂੰ ਯਾਨੀ 26 ਜਨਵਰੀ ਭਾਰਤ ਦੇਸ਼ ਦਾ गणतंत्र दिवस यानी कि रिपब्लिक डे ऑफ इंडिया इज़ फॉलिंग टुमारो। और क्योंकि ਜਿਹੜਾ ਸਾਡਾ ਸ਼ੋਅ ਫਿਰ ਨੈਕਸਟ ਵੀਕ ਫਸਟ ਨੂੰ ਹੋਏਗਾ ਤੇ ਇਸ ਕਰਕੇ ਅਸੀਂ ਅੱਜ ਰਿਪਬਲਿਕ ਡੇ ਦੇ ਪਹਿਲਾਂ ਤਾਂ ਅਸੀਂ ਪੂਰੇ ਸੰਸਾਰ ਨੂੰ ਬਹੁਤ-ਬਹੁਤ ਵਧਾਈਆਂ ਦੇਵਾਂਗੇ ਇਸ ਰਿਪਬਲਿਕ ਡੇ ਦੀਆਂ। ਔਰ ਨਾਲ ਹੀ 23 of जनवरी ਇੱਕ ਬਹੁਤ ਹੀ ਰੈਵੋਲੂਸ਼ਨਰੀ ਲੀਡਰ ਨੇਤਾ ਜੀ, ਜਿਨ੍ਹਾਂ ਦੇ ਇੱਕ ਸਰਨੇਮ ਲੱਗ ਗਿਆ ਸੀ, ਉਹਨਾਂ ਦਾ ਇੱਕ ਪੈਟ ਨੇਮ ਲੱਗ ਗਿਆ ਸੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਬਰਥ ਜਯੰਤੀ ਨਿਕਲ ਕੇ ਗਿਆ ਆ। ਅਸੀਂ ਬਾਅਦ ਵਿੱਚ ਉਹਨਾਂ ਬਾਰੇ ਵੀ ਗੱਲ ਕਰਾਂਗੇ। ਸੋ ਅੱਜ ਅਸੀਂ ਦੋ ਟੌਪਿਕ ਲੈ ਕੇ ਆਏ ਤੁਹਾਡੇ ਸਾਹਮਣੇ। ਫਸਟ ਆਫ ਆਲ ਰਿਪਬਲਿਕ ਡੇ ਆਫ ਇੰਡੀਆ, ਦੈਨ ਨੇਤਾ ਜੀ ਸੁਭਾਸ਼ ਚੰਦਰ ਬੋਸ। ਸੋ ਇੱਕ ਕਾਲ ਆਈ ਹੈ, ਦੇਖਦੇ ਸਾਡੇ ਨਾਲ ਕੌਣ ਜੁੜਿਆ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ, ਮੈਂ ਮਦਨ ਵੇਜ ਬੋਲਦਾ ਜੀ ਲਿਸਟਰ ਤੋਂ। ਹਾਂਜੀ, ਲੈਸਟਰ ਤੋਂ ਮਦਨ ਵੇਜ ਜੀ, ਕੀ ਕਹਿਣਾ ਚਾਹੁੰਦੇ ਹੋ ਜੀ ਰਿਪਬਲਿਕ ਡੇ ਤੇ? 26 ਜਨਵਰੀ ਦੀ ਮੈਂ ਲੱਖ ਵਧਾਈ ਪੇਸ਼ ਕਰਦਾ ਹਾਂ ਸਾਰੇ ਸਕੂਲ ਜਗਤ ਨੂੰ, ਆਪ ਨੂੰ, ਸਾਰੇ ਪਰਿਵਾਰ ਨੂੰ। ਥੈਂਕ ਯੂ ਜੀ। ਹਾਂ, ਸੁਣਨ ਵਾਲਿਆਂ ਨੂੰ ਥੈਂਕ ਯੂ। ਕਹਿੰਦਾ ਹਾਂਜੀ, 4 ਲਾਈਨਾਂ ਪੇਸ਼ ਕਰ ਰਿਹਾ ਜੀ। ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾਵੀਂ, ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾਵੀਂ। पापा लहू ते बूटा सिंजिया ना बार इसते चलामी, पापा लहू ते बूटा सिंजिया ना बार इसते चलामी। लाला लाजपत शेर पंजाबी इस बूटे नू लाया, लाला लाजपत शेर पंजाबी इस बूटे नू लाया। भगत सिंह ते राजगुरु सुखदेव ने नू पानी पाया, भगत सिंह ते राजगुरु सुखदेव नूं इन्हें पानी पाया। ये नाल नेमतां
ਇਹ ਨਾਲ ਨੇਵਤਾ ਫੁੱਲਿਆ ਤੂੰ ਤੱਤੀ ਬਾਹੋਂ ਬਚਾਵੀਂ ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾਵੀਂ ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾ ਮੈਂ ਕਿਸ ਕਿਸ ਦਾ ਹਾਲ ਸੁਣਾਵਾਂ ਜੋ ਸਨ ਇਸ ਦੇ ਮਾਲੀ ਮੈਂ ਕਿਸ ਕਿਸ ਦਾ ਹਾਲ ਸੁਣਾਵਾਂ ਜੋ ਸਨ ਇਸ ਦੇ ਮਾਲ ਇਹਦਾ ਪੱਤਾ ਪੱਤਾ ਕੀਮਤੀ ਤੂੰ ਗੈਰਾਂ ਹੱਥ ਲਟਾਵੀਂ ਇਹਦਾ ਪੱਤਾ ਪੱਤਾ ਕੀਮਤੀ ਤੂੰ ਗੈਰਾਂ ਹੱਥ ਲਟਾਵੀਂ ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾਵੀਂ ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਆਓ ਹਿੰਦਿਓ ਰਲ ਮਿਲ ਕਰੀਏ ਇਸ ਬੂਟੇ ਦੀ ਸੇਵਾ ਆਓ ਹਿੰਦਿਓ ਰਲ ਮਿਲ ਕਰੀਏ ਇਸ ਬੂਟੇ ਦੀ ਸੇਵਾ ਦੇਸ਼ ਪਿਤਾ ਗਾਂਧੀ ਨੇ ਇਸ ਵਿੱਚ ਪਾਇਆ ਮਿੱਠਾ ਮੇਵਾ ਦੇਸ਼ ਪਿਤਾ ਗਾਂਧੀ ਨੇ ਇਸ ਵਿੱਚ ਪਾਇਆ ਮਿੱਠਾ ਫਲ ਪੱਕ ਪੱਕ ਸੂਹਾ ਹੋ ਗਿਆ ਤੂੰ ਮਨਾ ਬੜੇ ਸ਼ੌਕ ਦੇ ਨਾਲ ਖਾਵੀਂ ਤੂੰ ਯਾਦ ਸ਼ਹੀਦਾਂ ਦੀ ਸੋਹਣਿਆ ਦਿਲੋਂ ਨਾ ਭੁਲਾਵੀਂ ਤੂੰ ਯਾਦ ਸ਼ਹੀਦਾਂ ਥੈਂਕ ਯੂ ਵਿਜ ਸਾਹਿਬ ਥੈਂਕ ਯੂ ਬਹੁਤ ਅੱਛਾ ਤੁਸੀਂ ਸ਼ਹੀਦਾਂ ਦੇ ਬਾਰੇ ਬੋਲ ਕੇ ਗਏ ਆ ਭਗਤ ਸਿੰਘ ਜੀ ਬਾਰੇ ਸੁਖਦੇਵ ਰਾਜਗੁਰੂ ਜੀ ਬਾਰੇ ਔਰ ਅਸੀਂ ਅੱਜ ਜੋ ਰੈਵੋਲੂਸ਼ਨਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਉਹਨਾਂ ਦੇ ਬਾਰੇ ਗੱਲ ਕਰਾਂਗੇ ਲੇਕਿਨ ਐਂਡ ਜਿੱਥੇ ਜਦੋਂ ਪਹਿਲਾਂ ਅਸੀਂ 26 ਜਨਵਰੀ ਵਾਸਤੇ ਸਾਰਾ ਕਰ ਲੈਂਦੇ ਕਿ ਐਕਚੁਅਲੀ ਰਿਪਬਲਿਕ ਡੇ ਕੀ ਹੁੰਦਾ ਕਿਉਂਕਿ ਮੈਂ ਦੇਖ ਰਿਹਾ ਸੀ TV 'ਤੇ ਇੰਡੀਆ ਦੇ ਵਿੱਚ ਸੋਸ਼ਲ ਮੀਡੀਆ 'ਤੇ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਸਾਰੇ ਲੋਕ ਕਈ ਲੋਕ ਜਿਹੜੇ ਜਰਨਲਿਸਟ ਵੀ ਬਣੇ ਹੋਏ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਲੇ WhatsApp ਯੂਨੀਵਰਸਿਟੀ ਵਾਲੇ ਮੇਨ ਜਰਨਲਿਸਟ ਨਹੀਂ ਕਿਉਂਕਿ ਅਗਰ ਉਹ ਮੇਨ ਹੋਣਗੇ ਤਾਂ ਉਹਨਾਂ ਨੇ ਜਰਨਲਿਜ਼ਮ ਪੜ੍ਹਿਆ ਹੋਊਗਾ ਡਿਗਰੀ ਲਈ ਹੋਊਗੀ ਫਿਰ ਉਹ ਜਰਨਲਿਜ਼ਮ ਕਰ ਰਹੇ ਹੋਣੇ ਨਾ ਅਤੇ ਉਹਨਾਂ ਨੂੰ ਪਤਾ ਹੈ ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਕੰਸਟੀਟਿਊਸ਼ਨ ਡੇ ਐਂਡ ਰਿਪਬਲਿਕ ਡੇ ਪਰ ਉਹ ਜਦੋਂ ਜਰਨਲਿਸਟ ਪੁੱਛਦੇ ਆ ਕੁਛ ਸਟੂਡੈਂਟਸ ਨੂੰ ਵੀ ਪੁੱਛਦੇ ਆ ਕਿ ਹਾਊ ਡੂ ਯੂ ਫੀਲ ਔਨ 26 ਜਨਵਰੀ ਪੁੱਛ ਰਿਹਾ ਕਿ ਹਾਊ ਡੂ ਯੂ ਫੀਲ ਔਨ ਦਿਸ ਡੇ ਕੰਸਟੀਟਿਊਸ਼ਨ ਡੇ ਦੇ ਡੋਂਟ ਨੋ ਈਵਨ ਦ ਜਰਨਲਿਸਟ ਡੋਂਟ ਨੋ does not know or the student does not know कि it's not a constitution day it's a republic day एक कॉल हो रही है सर हेलो जय गुरुदेव जी मैं फकीर चंद चौहान बोलदा बर्मिंघम तो चौहान साहब सदा स्वागत है जी देखो अज जिहड़ा भारत दा 75वां जिहड़ा गणतंत्र दिवस है जी उत्ते मैं बहुत बधाई दे रहा जी क्योंकि ਜਿਹੜਾ ਮਤਲਬ ਭਾਰਤ ਦਾ ਸੰਵਿਧਾਨ ਲਾਗੂ ਹੋਣ ਦੇ ਨਾਲ ਜੀ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਬਣ ਗਿਆ ਦੈਟਸ ਰਾਈਟ ਪਰ ਹੁਣ ਆਪਾਂ ਜੇ ਥੋੜੇ ਜਿਹਾ ਇਤਿਹਾਸ ਤੇ ਨਜ਼ਰ ਮਾਰੀਏ ਵੀ ਭਾਰਤ ਤੇ ਅੰਗਰੇਜ਼ਾਂ ਦਾ ਰਾਜ ਸੀ ਜੀ ਔਰ ਇਹਨੀ ਪਹਿਲਾ ਜਿਹੜਾ ਸੰਵਿਧਾਨ ਉੱਥੇ ਮਿੰਨੀ ਸੰਵਿਧਾਨ ਜਿਹਨੂੰ ਕਿਹਾ ਜਾਂਦਾ 1935 ਦੇ ਵਿੱਚ ਬਣਿਆ ਸੀ ਗਵਰਨਮੈਂਟ ਐਕਟ ਆਫ ਇੰਡੀਆ 1935 ਯੈਸ ਹਾਂ ਕਿਉਂਕਿ ਉਹਨੂੰ ਸ਼ਡਿਊਲਡ ਕਾਸਟ ਐਕਟ ਵੀ ਕਿਹਾ ਜਾਂਦਾ ਜੀ ਉਹ ਬਣਿਆ ਸੀ ਤੇ ਉਹ ਅੰਗਰੇਜ਼ ਗਵਰਨਮੈਂਟ ਇੱਥੇ ਦੀ ਸੰਸਦ ਨੇ ਕਹਿ ਦਿੱਤਾ ਸੀਗਾ ਵੀ ਜਦ ਤੱਕ ਆਜ਼ਾਦੀ ਪੂਰਨ ਨਹੀਂ ਮਿਲਦੀ ਇਹ ਮਿੰਨੀ ਸੰਵਿਧਾਨ ਰਹੂਗਾ ਜੀ ਪਰ ਹੁਣ ਦੇਖੋ ਉਹਦੇ ਅਨੁਸਾਰ ਜਾਨੀ ਲੋਕਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਜੀ ਔਰ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਿਆ ਔਰ ਵੱਡੀ ਤਾਂ ਗੱਲ ਆ ਵੀ ਉਹ ਪਹਿਲੀਆਂ ਜਿਹੜੀਆਂ ਚੋਣਾਂ 1937 ਚ ਹੋਈਆਂ ਸੀ ਜੀ ਸੂਬਾਈ ਅਸੈਂਬਲੀਆਂ ਬਣੀਆਂ ਪਰ ਹੁਣ ਇਹ ਆਪਾਂ ਦੇਖਣਾ ਹੈਗਾ ਵੀ ਜਿਸ ਵੇਲੇ 1939 ਦੇ ਵਿੱਚ ਜਾਨੀ ਵਰਲਡ ਵਾਰ ਸ਼ੁਰੂ ਹੋਈ ਆ ਸੈਕੰਡ ਵਰਲਡ ਵਾਰ ਹਾਂਜੀ ਸੈਕੰਡ ਵਰਲਡ ਵਾਰ ਜੀ ਜੀ ਪਰ ਉੱਥੇ ਦੇ ਪਹਿਲਾਂ ਦੀਆਂ ਮੈਂ ਦੋ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ ਵੀ ਜਿਹੜੀ ਕਾਂਗਰਸ ਪਾਰਟੀ ਸੀਗੀ ਉਹ ਮਤਲਬ ਗਾਂਧੀ ਮਤਲਬ ਉਹਦੇ ਪ੍ਰਮੁੱਖ ਸੀਗੇ ਜੀ ਪਰ ਅੱਜ ਜਿਹੜਾ ਆਪਣੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਵੀ ਜ਼ਿਕਰ ਕੀਤਾ ਜੀ ਉਹ ਜਾਨੀ ਮਤਲਬ ਕਾਂਗਰਸ ਦੇ ਪ੍ਰੈਜ਼ੀਡੈਂਟ ਬਣ ਗਏ ਸੀ 1938 ਵਿੱਚ ਬਣ ਗਏ ਸੀ ਬਿਲਕੁਲ ਹਾਂ ਉਹ ਬਣ ਗਏ ਸੀ ਤੇ ਗਾਂਧੀ ਨੇ ਇਤਰਾਜ਼ ਕੀਤਾ ਹਾਂਜੀ ਗਾਂਧੀ ਨੇ ਇਤਰਾਜ਼ ਕੀਤਾ ਵੀ ਮੈਂ ਬਿਲਕੁਲ ਨਹੀਂ ਸਪੋਰਟ ਕਰ ਰਿਹਾ ਜੀ ਵੀ ਉਹ ਫਿਰ ਉਹ ਇੰਨਾ ਜਾਨੀ ਕਿਸ ਦਾ ਝੰਜਟ ਪੈ ਗਿਆ ਜੀ ਤਾਂ ਫਿਰ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਪੇ ਵਿਡਰੋ ਕਰ ਲਿਆ ਯੈਸ ਬਿਲਕੁਲ ਔਰ ਫਿਰ ਜਾਨੀ ਰਜਿੰਦਰ ਪ੍ਰਸਾਦ ਨੂੰ ਪ੍ਰਧਾਨ ਬਣਾਇਆ ਜੀ ਤਾਂ ਫਿਰ ਵਰਲਡ ਵਾਰ ਦੇ ਵਿੱਚ ਹੁਣ ਇੱਥੇ ਦੱਸਣਾ ਬਹੁਤ ਜ਼ਰੂਰੀ ਆ ਵੀ
ਜਿਹੜੀ ਉਹ ਵਰਲਡ ਵਾਰ ਹੋਈ ਸੀਗੀ, ਉਹ ਇੱਕ ਪਾਸੇ ਤਾਂ ਬ੍ਰਿਟਨ ਤਾਂ ਇਹਦੇ ਲਾਈ ਸੀ, ਅਲਾਈਸ ਤੇ ਐਕਸਿਸ ਪਾਵਰ ਸੀ। ਹਾਂਜੀ ਹਾਂ, ਤੇ ਬਾਕੀ ਦੂਸਰੇ ਪਾਸੇ ਜਿਹੜਾ ਜਰਮਨ ਤੇ ਜਾਪਾਨ ਇਟਲੀ, ਹਾਂਜੀ ਇਟਲੀ, ਤਿੰਨ ਸੀਗੀਆਂ। ਪਰ ਜਿਹੜਾ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਵੀ ਮੈਂ ਜਿਹੜੇ ਮਤਲਬ ਉਹਨਾਂ ਦੀ ਸਪੋਰਟ ਕਰ ਰਿਹਾ, ਹਾਂ, ਅਲਾਈਡ ਨੂੰ ਕਰਨਾ ਸੀ ਉਹਨਾਂ ਨੇ। ਯਸ, ਸੌਰੀ, ਐਕਸਿਸ ਪਾਵਰ। ਯਸ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਾਨੀ ਉਹਨਾਂ ਦੀ ਜਿਹੜੀ ਪਾਰਟੀ ਵੱਲੋਂ ਲਿਖ ਕੇ ਦਿੱਤਾ ਸੀ ਜੀ ਵੀ ਮੈਂ ਬ੍ਰਿਟਿਸ਼ ਦੇ ਨਾਲ ਆ ਜੀ, ਵੀ ਜੋ ਬ੍ਰਿਟਿਸ਼ ਜਿੱਦਾਂ ਉਹਨੇ 1935 ਦਾ ਸੰਵਿਧਾਨ ਬਣਾਇਆ ਜੀ, ਵੀ ਜੇ ਉਹ ਇਸ ਤਰ੍ਹਾਂ ਤੇ ਗਾਂ ਬਣਾਉਣ ਤਾਂ ਉਹ ਮਤਲਬ ਵੱਡੀ ਤਾਂ ਗੱਲ ਆ ਵੀ ਜਿਹੜਾ ਜਰਮਨ ਨੂੰ ਹਰਾਉਣਾ ਬਹੁਤ ਜ਼ਰੂਰੀ ਆ ਜੀ, ਇਹ ਉਹਨੇ ਲਿਖ ਕੇ ਦਿੱਤਾ ਸੀ। ਹਾਂਜੀ, ਪਰ ਹੁਣ ਤੁਸੀਂ ਦੇਖੋ ਵੀ ਬਾਅਦ ਦੇ ਵਿੱਚ ਜਦ 1945 ਦੇ ਵਿੱਚ ਜਾਨੀ ਇਹ ਜਿੱਤ ਗਏ ਜੀ, ਤਾਂ ਮਤਲਬ 8 ਮਈ 1945 ਨੂੰ ਜਾਨੀ ਇਹ ਦੋ ਮੁਲਕ ਜਿਹੜੇ ਯੂਰਪ ਦੇ ਸੀਗੇ, ਜਰਮਨ ਤੇ ਇਟਲੀ, ਇਹ ਹਾਰ ਗਏ ਜੀ, ਉਹਨੇ ਸਰੈਂਡਰ ਕਰ ਦਿੱਤਾ ਜੀ। ਪਰ ਦੂਸਰੇ ਪਾਸੇ ਤੁਸੀਂ ਦੇਖੋ ਵੀ ਉਹ ਜਿਹੜਾ ਜਾਪਾਨ ਆ ਉਹਨੇ ਬਹੁਤ ਇਲਾਕਿਆਂ ਤੇ ਕਬਜ਼ਾ ਕੀਤਾ ਹੈ ਸੀ, ਜਾਨੀ ਉੱਥੇ ਲੜਾਈ ਜਾਰੀ ਰਹੀ। ਪਰ ਇੱਥੇ ਫਿਰ ਜਿਹੜੀਆਂ ਚੋਣਾਂ ਹੋਈਆਂ, ਜਾਨੀ ਚੋਣਾਂ 'ਚ ਗਵਰਨਮੈਂਟ ਬਦਲ ਗਈ ਜੀ, ਜਿਹੜੀ ਕਲੈਮੈਂਟ ਐਟਲੀ ਜਿਹੜੇ ਉਹ ਪ੍ਰਾਈਮ ਮਿਨਿਸਟਰ ਬਣੇ ਜੀ, ਔਰ ਉਹਨੇ ਬਣਨ ਤੋਂ ਬਾਅਦ ਹੀ ਜਾਨੀ ਐਲਾਨ ਕਰ ਦਿੱਤਾ ਵੀ ਅਸੀਂ ਕਾਨੂੰਨ ਬਣਾ ਰਹੇ ਹਾਂ ਵੀ ਇੰਡੀਆ ਨੂੰ ਆਜ਼ਾਦ ਕਰ ਦਿੱਤਾ ਜਾਊਗਾ ਜੀ। ਔਰ ਇੱਥੇ ਦੁੱਗਲ ਜੀ ਮੈਂ ਜ਼ਰੂਰ ਇਹ ਦੱਸਣਾ ਚਾਹੁੰਦਾ ਵੀ ਜਿਸ ਵੇਲੇ ਉਹਨੇ ਉਹ ਬਿੱਲ ਲਿਆਂਦਾ ਉੱਥੇ ਸੰਸਦ ਦੇ ਵਿੱਚ, ਤਾਂ ਉਸ ਵੇਲੇ ਫਿਰ ਦੂਏ ਪਾਸੇ ਜਿਹੜਾ ਆਪੋਜੀਸ਼ਨ ਦਾ ਨੇਤਾ ਸੀ ਉਹ ਵਿੰਸਟਨ ਚਰਚਿਲ ਸੀ ਜੀ, ਜਾਨੀ ਉਹਨੇ ਉੱਠ ਕੇ ਬਹੁਤ ਵਿਰੋਧ ਕੀਤਾ। ਕੰਜ਼ਰਵੇਟਿਵ ਪਾਰਟੀ ਦੇ ਸੀ ਉਹ? ਨਹੀਂ, ਉੱਦਾਂ ਵੀ ਉਹ ਜਾਨੀ ਉਹਨੇ ਕਿਹਾ ਵੀ ਤੁਸੀਂ ਇੰਨੀ ਜਲਦੀ ਕਿਉਂ ਇਹਨੂੰ ਇਹ ਕਿਉਂ ਕਰ ਰਹੇ ਹੈ, ਕਿਉਂਕਿ ਲੇਬਰ ਪਾਰਟੀ ਆ ਗਈ ਸੀ 1945 ਦੇ ਵਿੱਚ ਜਦੋਂ ਇਲੈਕਸ਼ਨ ਹੋਏ, ਤਾਂ ਮਿਸਟਰ ਏਟਲੀ ਜਿਹੜੇ ਪ੍ਰਾਈਮ ਮਿਨਿਸਟਰ ਬਣੇ ਸੀ ਉਹ ਲੇਬਰ ਪਾਰਟੀ ਦੇ ਸੀਗੇ। ਹਾਂ, ਉਹ ਬਣ ਗਏ ਸੀ, ਉਹਨਾਂ ਨੂੰ ਤਾਂ ਲੈਂਡ ਸਲਾਈਡ ਮਿਲੀ ਸੀ ਜੀ, ਜਾਨੀ ਉਹਨਾਂ ਨੂੰ ਬਹੁਤ ਹੁੰਜਾ ਫਿਰ ਜਿੱਤ ਮਿਲੀ ਸੀ ਜੀ। ਪਰ ਉਹ ਜਿਸ ਵੇਲੇ ਉਹਨੇ ਫਿਰ ਕਲੈਮੈਂਟ ਐਟਲੀ ਨੇ ਜਵਾਬ ਦਿੱਤਾ, ਉਹਨੇ ਕਿਹਾ ਵੀ ਅਸੀਂ ਸਹੀ ਫੈਸਲਾ ਕੀਤਾ ਜੀ, ਵੀ ਜੇ ਅਸੀਂ ਕਾਨੂੰਨ ਬਣਾ ਕੇ ਜਿੱਦਾਂ 1935 ਦਾ ਬਣਾਇਆ ਸੀ ਇਦਾਂ ਦਾ ਕਾਨੂੰਨ ਹੋਰ ਬਣੂਗਾ ਤਾਂ ਜਿਹੜੀ ਟ੍ਰਾਂਸਫਰ ਹੋਊਗੀ ਜੀ, ਔਰ ਬਿਲਕੁਲ ਇਹ ਸਮੂਥ ਹੋਊਗੀ। ਔਰ ਨਾਲ ਉਹਨੇ ਚਰਚਲ ਨੂੰ ਦੱਸਿਆ ਵੀ ਜਿਹੜੀ ਕਰਾਊਨ ਆ, ਕਰਾਊਨ ਤੇ ਬਹੁਤ ਬਗਾਵਤ ਹੋ ਰਹੀ ਆ। ਹੁਣ ਤੁਸੀਂ ਦੇਖੋ ਵੀ ਜਿਹੜਾ ਮਾਈਕਲ ਓਡਵਾਇਰ ਨੂੰ ਲੰਡਨ ਦੇ ਵਿੱਚ ਮਾਰਿਆ ਸੀ ਜੀ 13 ਮਾਰਚ 1940 ਨੂੰ, ਇੱਕ ਬਹੁਤ ਵੱਡਾ ਧਮਾਕਾ ਸੀ ਜੀ। ਦੇਖੋ ਕਿੱਥੇ ਆ ਕੇ ਉਹਨੂੰ ਮਾਰਿਆ, ਔਰ ਇੱਥੇ ਦੇ ਲੋਕ ਇਹ ਸਮਝਦੇ ਸੀ ਵੀ ਕਿ ਇਦਾਂ ਦੀਆਂ ਵਾਰਦਾਤਾਂ ਨਾ ਹੋਣ। ਪਰ ਹੁਣ ਤੁਸੀਂ ਦੇਖੋ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਨਵੇਂ ਸੰਵਿਧਾਨ ਦੀ ਸਿਰਜਣਾ ਕੀਤੀ ਜਿਹੜਾ 26 ਨਵੰਬਰ 1949 ਨੂੰ ਪਾਸ ਹੋਇਆ ਹਾਂਜੀ, ਔਰ 26 ਜਨਵਰੀ 1950 ਨੂੰ ਉਹ ਲਾਗੂ ਹੋਇਆ ਜੀ। ਉਹ ਇੱਕ ਸੈਕੂਲਰ ਸੰਵਿਧਾਨ ਹੈ ਜੀ। ਹੁਣ ਤੁਸੀਂ ਦੇਖੋ ਵੀ ਉਸ ਤੋਂ ਬਾਅਦ ਕਿਉਂਕਿ ਇੱਕ ਸੈਕੂਲਰ ਸੰਵਿਧਾਨ ਹੋਣ ਦੇ ਨਾਲ ਨਾਲ ਵੀ ਉਹ ਜਿਹੜਾ ਭਾਰਤ ਆ ਉਹਦੇ ਵਿੱਚ ਤਿੰਨ ਏਰੀਏ ਸ਼ਾਮਲ ਹੋਏ ਆ, ਮੈਂ ਦੱਸਣਾ ਚਾਹੁੰਦਾ ਜੀ। ਕਿਉਂਕਿ ਤੁਸੀਂ ਦੇਖੋ ਵੀ ਜਦ ਕੋਈ ਦੇਸ਼ ਦਾ ਸੰਵਿਧਾਨ ਚੰਗਾ ਤਾਂ ਉਹ ਲੋਕ ਉੱਤੇ ਆਕਰਸ਼ਿਤ ਹੁੰਦੇ ਆ। ਜਿਹੜਾ ਇਹ ਭਾਰਤ ਆ ਉਹਦੇ ਪਾਂਡੇ ਚਰੀਤੇ ਫ੍ਰੈਂਚ ਦਾ ਕਬਜ਼ਾ ਸੀ ਜੀ। ਉਹ ਨਵੀਂ ਸਰਕਾਰ ਨੇ ਕਿਹਾ ਵੀ ਇਹ ਸਾਡਾ ਏਰੀਆ ਸਾਨੂੰ ਦਿੱਤਾ ਜਾਵੇ, ਔਰ ਫਰਾਂਸ ਵਾਲੇ ਹੁਣ ਜਦੋਂ ਮੈਕਰਨ ਗਿਆ ਆ ਉੱਥੇ ਇੰਡੀਆ ਦੇ ਵਿੱਚ, ਕੱਲ ਨੂੰ ਚੀਫ ਗੈਸਟ ਹੈ ਜੀ। 1953 ਦੇ ਵਿੱਚ ਜਿਹੜਾ ਪੌਂਡੇਚੇਰੀ ਉਹ ਭਾਰਤ ਦਾ ਹਿੱਸਾ ਬਣ ਗਿਆ ਜੀ। ਜਿਹੜਾ ਗੋਆ ਸੀਗਾ ਉਹ ਪੁਰਤਗੀਜ਼ ਦੇ ਅੰਡਰ ਸੀ 61 ਦੇ ਵਿੱਚ, ਹਾਂਜੀ ਬਿਲਕੁਲ, ਉਹ 61 ਦੇ ਵਿੱਚ ਬਣ ਗਿਆ ਜੀ। ਪਰ ਜਿਹੜਾ ਸਿੱਕਮ ਆ, ਸਿੱਕਮ ਤੁਸੀਂ ਦੇਖੋ ਵੱਖਰਾ ਲਾ ਸੀ, ਉਹ ਤਾਂ ਹੋਰ ਕੰਟਰੀ ਨੂੰ ਬਿਲੋਂਗ ਕਰਦਾ। ਉਹ ਸਾਡੇ ਕੋਲ 75 ਦੇ ਵਿੱਚ ਮਿਲਿਆ ਆ ਕੇ ਸਾਡੇ ਨਾਲ। ਬਿਲਕੁਲ, ਪਹਿਲਾਂ 2 ਸਾਲ ਕੋ ਸਟੇਟ ਰਿਹਾ ਹਾਂਜੀ। ਉਸ ਤੋਂ ਬਾਅਦ ਫਿਰ ਜਦੋਂ 2 ਸਾਲ ਦੇਖਣਾ ਹੁੰਦਾ ਨਾ ਜਿਹੜੀ ਫੋਰਨ ਤੋਂ ਕੋਈ ਹੋਰ ਕੰਟਰੀ ਦੀ ਜੋ ਸਾਡੇ ਨਾਲ ਮਿਲਦਾ ਕੰਟਰੀ ਨਾਲ, ਉਹ ਫਿਰ ਪਹਿਲਾਂ ਕੋਸਟੇਟ ਰਹਿਣਾ ਪੈਂਦਾ, ਉਹਨੂੰ ਦੇਖਣਾ ਪੈਂਦਾ ਕਿ ਮੈਂ ਠੀਕ ਰਹਿ ਸਕਦਾ ਕਿ ਨਹੀਂ। ਉਸ ਤੋਂ ਬਾਅਦ ਫਿਰ ਮਈ 1975 ਦੇ ਵਿੱਚ ਹਾਂਜੀ ਬਿਲਕੁਲ। ਦੇਖੋ ਅੱਜ ਜਿਹੜਾ ਆਪਾਂ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਹੋ ਬਹੁਤ ਸ਼ਲਾਘਾਯੋਗ ਹੈ, ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸੈਕੂਲਰ ਸੰਵਿਧਾਨ ਹੈ ਜੀ। ਇਹ ਸੈਕੂਲਰ ਰਹਿਣਾ ਚਾਹੀਦਾ, ਇੰਨਾ ਹੀ ਕਹਿੰਦਾ ਹੈ। ਥੈਂਕ ਯੂ ਜੀ, ਥੈਂਕ ਯੂ। ਸੋ ਚੌਹਾਨ ਸਾਹਿਬ ਜਦੋਂ ਵੀ ਆਉਂਦੇ ਬਹੁਤ ਹੀ ਵੈਲਿਊਏਬਲ ਸਾਡੇ ਵਿਚਾਰ ਦੇ ਕੇ ਜਾਂਦੇ ਆ। ਇੱਕ ਕਾਲ ਸਾਡੇ ਕੋਲ ਹੋ ਰਹੀ ਹੈ। ਹੈਲੋ ਜੈ ਗੁਰਦੇਵ ਜੀ। ਹੈਲੋ ਪਾਰਸ ਜੀ। ਹੈਲੋ
हाँ जी, जय गुरुदेव जी। ਧੰਨ ਗੁਰਦੇਵ ਜੀ। हाँ जी, हाँ जी, जय भीम जी। ਜੈ ਭੀਮ ਜੈ ਭਾਰਤ ਜੀ। ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਟੀਵੀ ਤੇ ਸ਼ੋਅ ਕਰ ਰਿਹਾ ਸੀਗਾ ਰਿਪਬਲਿਕ ਡੇ जय ਤੇ ਜੀ। वाल्मीकि जी। ਹਰ ਹਰ ਵਾਲਮੀਕੀ ਜੀ। ਹਾਂਜੀ ਸਰ ਜੀ ਪਹਿਲੇ ਤਾਂ ਮੈਂ ਤੁਹਾਨੂੰ ਲਾਈਵ ਦੇਖ ਰਿਹਾ ਜੀ ਤੇ ਤੁਸੀਂ ਸਾਹਮਣੇ ਬੈਠੇ ਆ, ਤੁਹਾਡੇ ਦਰਸ਼ਨ ਕਰ ਰਹੇ ਆ ਅਸੀਂ। ਥੈਂਕ ਯੂ ਜੀ, ਥੈਂਕ ਯੂ। ਤੇ ਰਿਪਬਲਿਕ ਡੇ ਦੀ ਆਪਾਂ ਖੁਸ਼ੀ ਸੈਲੀਬ੍ਰੇਟ ਕਰਨ ਵਾਸਤੇ ਇੱਥੇ ਬੈਠੇ। ਇੱਕ ਸੰਦੇਸ਼ ਹੈ ਕੌਮ ਨੂੰ। ਜੀ ਸੰਦੇਸ਼ ਇਹ ਹੈ ਕਿ ਆਪਾਂ ਖੁਸ਼ੀ ਤਾਂ ਮਨਾਣੀ ਹੈਗੀ ਆ ਜੀ 26 ਜਨਵਰੀ ਦੀ, ਪਰ ਉਹਦੇ ਨਾਲ ਨਾਲ ਜੇ ਆਪਾਂ ਵੱਧ ਤੋਂ ਵੱਧ ਜਿਹੜੀ ਬੇਸਿਕ ਇਨਫੋਰਮੇਸ਼ਨ ਹੈਗੀ, ਨੌਲੇਜ, ਅੰਬੇਡਕਰ ਸਾਹਿਬ ਸੰਵਿਧਾਨ ਦਿਵਸ ਤੱਕ 26 ਜਨਵਰੀ ਤੱਕ ਕਿੱਦਾਂ ਪਹੁੰਚੇ, ਜੀ ਉਹਦੇ ਵਿੱਚ ਕਿੰਨੀਆਂ ਕਠਿਨਾਈਆਂ ਸੀ, ਕਿੰਨੀਆਂ ਮੁਸ਼ਕਲਾਂ ਸੀ, ਕਿੰਨੀਆਂ ਉਹਨਾਂ ਦੇ ਪਰਿਵਾਰ ਵਿੱਚ ਸ਼ਹੀਦੀਆਂ ਹੋਈਆਂ, ਜੀ ਉਹਨਾਂ ਦਾ ਪਰਿਵਾਰ, ਉਹਨਾਂ ਦੇ ਬੱਚੇ, ਉਹਨਾਂ ਦੇ ਭੈਣ ਭਰਾ, ਉਹਨਾਂ ਦੇ ਮਾਤਾ ਪਿਤਾ ਤੱਕ ਸ਼ਹੀਦ ਹੋਏ, ਜੀ ਉਹਨਾਂ ਤੇ ਅਸੀਂ ਚਰਚਾ ਕਰੀਏ, ਲੋਕਾਂ ਨੂੰ ਉਸ ਤਕਲੀਫ ਬਾਰੇ ਦੱਸੀਏ ਜਿਸ ਤਕਲੀਫ ਦੇ ਵਿੱਚੋਂ ਗੁਜ਼ਰ ਕੇ ਉਹ ਸੰਵਿਧਾਨ ਤੱਕ ਪਹੁੰਚੇ ਆ। ਜੀ ਤੇ ਬਾਕੀ ਇੱਕ ਬੇਨਤੀ ਸੀ ਤੁਹਾਡੇ ਅੱਗੇ ਕਿ ਤੁਸੀਂ ਇੱਕ ਆਪਾਂ ਸੰਵਿਧਾਨ ਦਿਵਸ 26 ਨਵੰਬਰ ਨੂੰ ਆਪਾਂ ਕਹਿੰਦੇ ਆ ਜੀ। ਸੈਕਿੰਡ ਆਪਣੇ ਕੁਝ ਲੋਕ ਰਿਪਬਲਿਕ ਡੇ ਨੂੰ ਵੀ ਸੰਵਿਧਾਨ ਦਿਵਸ ਕਹਿੰਦੇ ਆ। ਯਾ ਬਿਲਕੁਲ। ਇਹਦੇ ਤੇ ਤੁਸੀਂ ਥੋੜਾ ਜਿਹਾ ਚਾਨਣਾ ਜ਼ਰੂਰ ਪਾਇਓ। ਹਾਂਜੀ ਮੈਂ ਉਹੀ ਤੇ ਜੀ ਰਿਪਬਲਿਕ ਡੇ ਇਹਦੇ ਵਿੱਚ ਕੀ ਡਿਫਰੈਂਸ ਹੈਗਾ ਆ। ਜੀ ਜੀ ਕਿ ਮੈਂ 2 ਲਾਈਨਾਂ ਜੇ ਤੁਸੀਂ ਕਹੋਗੇ ਬਾਬਾ ਸਾਹਿਬ ਨੂੰ ਸਮਰਪਿਤ ਮੈਂ ਜੇ ਗਾ ਕੇ ਬਿਆਨ ਕਰ ਸਕਾਂ, ਪਰ ਤੁਸੀਂ ਬਹੁਤ ਸੋਹਣਾ ਗਾਉਂਦੇ ਆ, ਤੁਹਾਡੇ ਸਾਹਮਣੇ ਗਾਉਣਾ ਸੌਖਾ ਨਹੀਂ ਹੈਗਾ। ਨਹੀਂ ਇਦਾਂ ਦੀ ਕੋਈ ਪ੍ਰੋਬਲਮ, ਤੁਸੀਂ ਜ਼ਰੂਰ ਗਾਓ ਪਲੀਜ਼। ਸਾਡੇ ਆਪਣੀ ਕੌਮ ਦੇ ਰਾਈਟਰ ਵੀਰ ਰਕੇਸ਼ ਰਾਹੀ ਜੀ ਦੀਆਂ ਲਿਖੀਆਂ ਹੋਈਆਂ ਲਾਈਨਾਂ ਹੈਗੀਆਂ ਜੀ, ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਹੀ ਮੈਂ ਇਹ ਗਾਣ ਦੀ ਕੋਸ਼ਿਸ਼ ਕਰ ਰਿਹਾ। ਤੇ ਠੀਕ ਤੁਸੀਂ ਜ਼ਰੂਰ ਸੁਣਿਓ ਜੀ, ਜੀ। ਬੋਲ ਬੜੇ ਪਿਆਰੇ ਆ, ਜੀ ਹੋ ਸਕੇ ਤਾਂ ਨਾਲ ਨਾਲ ਜ਼ਰੂਰ ਗੁੰਗਣਾਇਓ। ਜੀ ਅੰਬੇਦਕਰ अंबेडकर हिम्मत हमारी अंबेडकर ताकत हमारी अंबेडकर 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 हिम्मत हमारी अंबेडकर उन्हीं का पहने उन्हीं का ओढ़े उन्हीं का पहने उन्हीं का ओढ़े उन्हीं का खाए हम पेट भर अंबेडकर अंबेडकर ताकत हमारी अंबेडकर हिम्मत हमारी अंबेडकर। सो मैं ज्यादा थैंक यू जी, थैंक यू सो नाइस ऑफ यू पारस जी। ਅੱਜ ਬੋਲ ਰਹੇ ਆ ਜਾਂ ਮੈਂ ਬੋਲ ਰਿਹਾ ਜਾਂ ਆਪਾਂ ਵਿਦੇਸ਼ਾਂ ਵਿੱਚ ਬੈਠੇ ਆ, ਸਾਰੇ ਭੈਣ ਭਰਾ ਚਰਚਾ ਕਰ ਰਹੇ ਆ ਜੀ। ਇਹ ਸਿਰਫ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਬਦੌਲਤ ਹੀ ਹੈ ਜੀ। ਜੀ ਜੀ ਬਿਲਕੁਲ ਬਿਲਕੁਲ ਜੀ ਥੈਂਕ ਯੂ ਜੀ, ਥੈਂਕ ਯੂ ਸੋ ਨਾइस ऑफ यू, ਪਬਲਿਕ ਡੇ ਦੀਆਂ ਥੈਂਕ ਯੂ ਜੀ। ਜਰੂਰ ਡਿਫਰੈਂਸ ਜਰੂਰ ਦੱਸਿਓ ਜੀ। ਜੀ 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 ਜਰੂਰ 26 ਜਨਵਰੀ ਦੇ ਜੀ 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 ਥੋੜੀ ਜਿਹੀ ਚਰਚਾ ਜਰੂਰ ਕਰੋ। ਜਰੂਰ 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 ਜੀ। ਥੈਂਕ ਯੂ ਜੀ। ਜੈ ਭੀਮ ਜੈ ਭਾਰਤ ਜੀ। ਹੈਲੋ ਜੈ ਗੁਰਦੇਵ ਜੀ। ਹੈਲੋ ਹੈਲੋ ਜੈ ਗੁਰਦੇਵ। ਹੈਲੋ ਜੈ ਗੁਰਦੇਵ ਜੀ ਦੁੱਗਲ ਸਾਹਿਬ। ਓ ਮਾਨਕ ਸਾਹਿਬ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਆਪਣੇ ਘਰ ਦੇ ਕੰਮ ਛੱਡ ਕੇ ਬੜਾ ਵਧੀਆ ਕੌਮ ਦਾ ਕੰਮ ਕਰਨ ਲੱਗੇ ਹੋ ਆ। ਹਾਂਜੀ ਹਾਂਜੀ ਤੇ ਨਾਲੇ ਸਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਨਾਲੇ ਬੇਨਤੀ ਵੀ ਮੀਡੀਆ ਦਾ ਵੱਧ ਤੋਂ ਵੱਧ ਫਾਇਦਾ ਲਓ ਤੇ ਮਦਦ ਵੀ ਕਰੋ, ਬਿੱਲ ਫੇਰ ਆਉਣ ਵਾਲੇ ਆ। ਜੀ 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 ਸੋ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਆ ਤੇ ਮੈਂ ਨਾਲ ਹੀ ਬੇਨਤੀ ਕਰਦਾ ਕਿ ਜੋ ਆਪਾਂ ਬਾਬਾ ਸਾਹਿਬ ਦੀ ਅੱਜ ਗੱਲ ਕਰ ਰਹੇ ਆ 14 ਅਪ੍ਰੈਲ ਦਿਨ ਐਤਵਾਰ ਜੋ ਪੀਰ ਦਰਬਾਰ ਵੱਲੋਂ ਆਮਤਾ ਹੈ ਕੈਨਗ ਰੋਡ ਤੇ ਹਾਂਜੀ ਆਪਾਂ ਉੱਥੇ ਬਾਬਾ ਸਾਹਿਬ ਦੀ ਜਯੰਤੀ ਮਨਾ ਰਹੇ ਆ। ਸੋ ਪਹਿਲੀ ਦੂਜੀ ਵਾਰੀ ਆ, ਸੰਗਤਾਂ ਨੂੰ ਬਹੁਤਾ ਪਤਾ ਨਹੀਂ, ਸਾਰੀਆਂ ਸੰਗਤਾਂ ਨੂੰ ਉੱਥੇ ਵੈਲਕਮ ਹੋਊਗਾ। ਬਾਬਾ ਨੂੰ ਬਹੁਤ ਰਿਸਪੈਕਟ ਆ। ਸੋ ਅੱਜ ਜਿਹੜਾ ਤੁਸੀਂ ਪ੍ਰੋਗਰਾਮ ਕਰ ਰਹੇ ਇਹ ਬਹੁਤ ਹੀ ਵੱਡੇ ਯੋਗਦਾਨ ਵਾਲਾ, ਥੋੜਾ ਨਹੀਂ ਬਹੁਤ ਹੀ ਵੱਡੇ, ਕਿਉਂਕਿ ਇੰਡੀਆ ਦੇ ਵਿੱਚ ਸੰਵਿਧਾਨ ਨੂੰ ਖਤਰਾ, ਇਹ ਕੋਈ ਸ਼ੱਕ ਵਾਲੀ ਗੱਲ ਜੀ ਨਹੀਂ ਜੀ ਔਰ ਬਹੁਤ ਵੱਡਾ ਖਤਰਾ। ਜਿਸ ਤਰ੍ਹਾਂ ਉਹਨੇ ਮੰਦਿਰ ਦੀ ਗੱਲ ਕੀਤੀ ਆ, ਮੰਦਿਰ ਦਾ ਪ੍ਰੋਗਰਾਮ ਕਰਨ ਲਈ ਨੱਠੇ ਦਾ ਆਏ ਸਾਡੇ ਬੰਦੇ ਪਰ ਹੋਇਆ ਕੱਖ ਨਹੀਂ ਉਹਨਾਂ ਨੂੰ ਜੀ। ਹਾਂ ਹੋਣਾ
ਜਿਨ੍ਹਾਂ ਨੇ ਮੰਦਰ ਦੇ ਪ੍ਰੋਗਰਾਮ ਲਈ ਦੂਜੇ ਪ੍ਰੋਗਰਾਮਾਂ ਦੀ ਗੱਲਬਾਤ ਵਿੱਚੋਂ ਹਿੱਸਾ ਲਿਆ ਜੀ। ਸੀ। ਕੋਈ ਵੀ ਸੁਣ ਲੇ ਚੰਗੀ ਤਰ੍ਹਾਂ, ਪਰ ਸਮਝਣਾ ਚਾਹੀਦਾ ਸਾਨੂੰ, ਕਿਉਂਕਿ ਅਸੀਂ ਕਹਿੰਦੇ ਤਾਂ ਰਹਿੰਦੇ ਸੰਵਿਧਾਨ ਬਹੁਤ ਵਧੀਆ, ਪਰ ਉਹ ਸੰਵਿਧਾਨ ਦੇ ਪੇਸ਼ ਚੰਗੀ ਤਰ੍ਹਾਂ ਪਏ ਆ। ਇੱਥੋਂ ਆਪਾਂ ਆਪਣੇ ਘਰਾਂ, ਪਿੰਡਾਂ, ਸਾਥੀਆਂ, ਸਕੂਲਾਂ, ਟੀਚਰਾਂ, ਪੁਰਾਣਿਆਂ ਨਵਿਆਂ ਨੂੰ ਸਾਰਿਆਂ ਨੂੰ ਫੋਨ ਕਰਕੇ ਅਵੇਅਰਨੈਸ ਕਰੀਏ ਵੀ ਸੰਵਿਧਾਨ ਸਾਨੂੰ ਇਹੀ ਚਾਹੀਦਾ। ਇਹਦੀ ਬਦੌਲਤ ਹੀ ਇੱਥੇ ਆਏ ਆ। ਹੁਣੇ ਭੈਣ ਜੀ ਹੁਣੀ ਬਹੁਤ ਸੋਹਣੀ ਗੱਲ ਕਰਕੇ ਆਏ ਜੀ, ਕਿਉਂਕਿ ਆਪਾਂ ਬਾਰ-ਬਾਰ ਕਹਿੰਦੇ ਜੈ ਭੀਮ ਜੈ ਭਾਰਤ, ਕਦੇ ਕਿਹਾ ਹੈ ਨਹੀਂ ਜੈ ਦਾ ਕੀ ਮਤਲਬ ਲੋਕਾਂ ਨਿਆਣਿਆਂ ਨੂੰ ਭੁਲੇਖਾ ਪਾ ਜਾਂਦਾ ਵੀ ਓਮ ਜੈ ਜਗਦੀਸ਼ ਹਰਿ ਵਾਲੀ ਤਾਂ ਨਹੀਂ ਇਹ ਜੈ ਕਿਤੇ। ਜੈ ਦਾ ਮਤਲਬ ਜੈ ਸੰਸਕ੍ਰਿਤ ਦੀ ਜਾਂ ਵਿਜੈ ਤੋਂ ਆਇਆ ਇਹ ਲਫ਼ਜ਼। ਜੈ ਸਾਡੇ ਜੈ ਚੌਹਾਨ ਜੀ ਕਿਸੇ ਦਾ ਯੋਗਦਾਨ ਇਸ ਪਾਉਣਗੇ ਬਹੁਤ ਵਧੀਆ। ਸੋ ਬਹੁਤਾ ਟਾਈਮ ਦੇਣਾ ਕਿ ਹੋ ਲੈਣ ਲੱਗੀ ਹੋਆ। ਇਸੇ ਤਰ੍ਹਾਂ 14 ਅਪ੍ਰੈਲ ਦਿਨ ਐਤਵਾਰ ਨੂੰ ਬੋਲਵਾ ਹੰਟ ਗਿਆਨ ਕਰੋੜ ਤੇ ਪੀਰ ਦਰਬਾਰ ਵਿੱਚ ਬਾਬਾ ਸਾਹਿਬ ਜਯੰਤੀ ਹੋਈਆਂ। ਸੋ ਧੰਨਵਾਦ ਜੀ, ਬਹੁਤ ਥੈਂਕ ਯੂ ਟਾਈਮ ਦੇ ਨਾਲ ਜ਼ਿਆਦਾ ਟਾਈਮ ਲੱਗ ਗਿਆ। ਬਹੁਤ ਧੰਨਵਾਦ। ਥੈਂਕ ਯੂ ਜੀ। ਇਹ ਸਾਡੇ ਰਾਜ ਮਾਨਕ ਸੀਗੇ ਜੀ, ਜੋ ਆਪਣੇ ਵਿਚਾਰਾਂ ਵਿੱਚ ਹਮੇਸ਼ਾ ਲਾਊਡ ਐਂਡ ਕਲੀਅਰ ਆਪਣੇ ਵਿਚਾਰ ਦੇ ਕੇ ਜਾਂਦੇ ਔਰ ਨਾਲ ਹੀ ਬਾਬਾ ਸਾਹਿਬ ਅੰਬੇਡਕਰ ਜੀ ਦਾ ਦੱਸ ਕੇ ਗਏ ਕਿ ਵੁਲਵਰਹੈਂਪਟਨ ਜੋ ਉਹਨਾਂ ਦੀ ਜਯੰਤੀ 14 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ, ਉਹਨਾਂ ਦੇ ਬਾਰੇ ਦੱਸ ਕੇ। ਤਾਂ ਬਹੁਤ ਧੰਨਵਾਦ ਜੀ। ਸੋ ਆਓ ਕਿ ਭਾਰਤ ਦੇਸ਼ ਇੱਕ ਜਿਸ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀਗਾ, ਉਹ ਦੇਸ਼ ਜਿਹੜਾ ਕਿ ਜਿਹੜੀ ਧਰਤੀ ਇੰਨੀ ਉਪਜਾਊ, ਜਿਸ ਧਰਤੀ ਦੇ ਵਿੱਚ ਮਿਨਰਲ ਸੋਨਾ ਚਾਂਦੀ ਪਤਾ ਨਹੀਂ ਕੀ ਇੰਨੀ ਰਿਚ ਉਹ ਸੋਇਲ ਸੀਗੀ ਕਿ ਮਿਡਲ ਈਸਟ ਤੋਂ ਜਿੰਨੇ ਵੀ ਹਮਲੇ ਹੋਏ ਆ ਭਾਰਤ ਦੇਸ਼ 'ਤੇ ਮਿਡਲ ਈਸਟ ਤੋਂ ਹੋਏ ਆ। ਲੇਕਿਨ ਹੈਲੋ, ਇੱਕ ਕਾਲ ਸਾਡੇ ਕੋਲ ਹੋ ਰਹੀ। ਹੈਲੋ ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਜੀ। ਹੈਲੋ ਜੀ। ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਮੈਂ ਡਰਬੀ ਤੋਂ ਬੋਲ ਰਿਹਾ ਜੀ, ਪਿਆਰਾ ਕੋਲ ਤਾਂ। ਕਿੱਥੋਂ ਬੋਲ ਰਹੇ ਜੀ? ਡਰਬੀ ਤੋਂ। ਸਰ ਤੁਸੀਂ ਆਪਣਾ ਟੀਵੀ ਬੰਦ ਕਰ ਦੋਗੇ, ਫਿਰ ਪਿੱਛੇ ਡਬਲ ਆਵਾਜ਼ ਨਹੀਂ ਆਊਗੀ। ਅੱਛਾ, ਮੈਂ ਬੰਦ ਕਰ। ਹਾਂਜੀ ਉਹ ਮੈਂ ਸਿਰਫ ਇਹੀ ਗੱਲ ਪੁੱਛਣੀ ਆ ਜੀ, ਤੇ ਉਹ ਆਪਣੇ ਮੈਂਬਰਸ਼ਿਪ ਵੀ ਪਹਿਲਾਂ ਹੁੰਦੀ ਆ ਕਿ ਉਦਾਂ ਹੀ ਸਾਰੇ ਇੱਕੋ ਜਿਹੇ ਹੀ ਆ? ਕਿੱਦਾਂ ਮੈਂਬਰਸ਼ਿਪ? ਹਾਂਜੀ, ਮੈਂਬਰਸ਼ਿਪ ਵੀ ਪਹਿਲਾਂ ਸਟਾਰਟ ਹੋਣ ਤੋਂ ਉਦਾਂ ਹੀ ਕੋਈ ਪੈਣੀ ਦੇ 2 ਪੈਣੇ ਦੇ 10 ਪਾਉਂਡ ਦੇ ਕਿੱਦਾਂ ਦੇ ਉਦਾਂ ਹੀ ਆ? ਫਿਰ ਨਹੀਂ, ਮੈਂਬਰਸ਼ਿਪ ਵੀ ਬਣ ਸਕਦੇ ਆ ਤੁਸੀਂ, ਜਿੱਦਾਂ ਮੰਥਲੀ ਡਾਇਰੈਕਟ ਡੈਬਿਟ ਲਗਾ ਕੇ ਤੁਸੀਂ ਮੈਂਬਰ ਬਣ ਸਕਦੇ ਆ। ਮੰਥਲੀ ਜਾਈ ਕੋਈ ਇੱਕ ਵਾਰੀ? ਹਾਂਜੀ, ਇਟ ਡਿਪੈਂਡਸ। ਇੱਕ ਵਾਰੀ? ਹਾਂ, ਡਿਪੈਂਡਸ ਅਪਨ ਯੂ, ਮੰਥਲੀ 10 ਪਾਉਂਡ ਜਾਂ ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਆ। ਨਹੀਂ, ਮੈਂ ਤੁਹਾਨੂੰ ਇਹ ਪੁੱਛਦਾ ਵੀ ਮੈਂਬਰਸ਼ਿਪ ਹਰੇਕ ਹੀ ਬੰਦਾ ਆਏਗਾ ਜਾਂ ਮਰਜ਼ੀ ਆ ਉਹਦੀ ਆਪਣੀ ਵਿਸ਼ ਹੈ ਜੀ। ਇਹ ਅੱਗਾ ਹੈਗੇ ਮੈਂਬਰ? ਹਾਂਜੀ। ਮੈਂਬਰ ਦੀ ਕੋਈ ਲਿਮਿਟ ਨਹੀਂ ਪੈਸੇ ਦੀ? ਨਹੀਂ ਜੀ, ਹੈਗੇ ਮੈਂਬਰ ਉਹਦਾ? ਹਾਂਜੀ। ਅੱਛਾ, ਇਹਦਾ ਫਿਰ ਬਹੁਤੀ ਦੁਨੀਆ ਨਹੀਂ ਵੀ ਹੋਣੀ, ਆਪਣਾ ਦਾਨ ਕਰੀ ਜਾਂਦੇ ਦੇ ਉਹ। ਹਾਂਜੀ, ਤੁਸੀਂ ਫਿਰ ਆਪਣੇ ਜਿਹੜੇ ਟਰਸਟੀਜ਼ ਹੈਗੇ ਆ ਨਾ, ਉਹਨਾਂ ਦੇ ਨਾਲ ਗੱਲ ਕਰਿਓ ਦੂਸਰੇ ਨੰਬਰ 'ਤੇ ਫਿਰ ਉੱਥੋਂ ਤੁਹਾਨੂੰ ਬਹੁਤ ਅੱਛੀ ਜਾਣਕਾਰੀ ਦੇ ਸਕਦੇ ਆ। ਮੈਂ ਤਾਂ ਇੱਕ ਪ੍ਰੈਜ਼ੈਂਟਰ ਹਾਂ, ਮੈਂ ਤਾਂ ਸਿਰਫ ਪ੍ਰੈਜ਼ੈਂਟ ਕਰਨਾ ਹੈ ਆਪਣਾ ਪ੍ਰੋਗਰਾਮ। ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਡਰਬੀ ਤੋਂ ਪਿਆਰਾ ਜੀ ਸੀਗੇ, ਕੁਛ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਸੀ ਮੈਂਬਰਸ਼ਿਪ ਦੀ, ਜਿਹੜੀ ਕਿ ਮੈਨੂੰ ਇਹਦੇ ਬਾਰੇ ਨਹੀਂ ਪਤਾ, ਸਿਰਫ ਟਰਸਟੀ ਦੱਸ ਸਕਦੇ ਆ, ਜੋ ਮੈਨੇਜਮੈਂਟ ਉਹੀ ਦੱਸ ਸਕਦੇ ਆ। ਸੋ ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਚਾਹੇ ਜਿੰਨੇ ਵੀ ਪਹਿਲਾਂ ਮੁਸਲਿਮ ਰੂਲਰਸ ਇੰਡੀਆ ਵਿੱਚ ਆਏ ਆ, ਉਹਨਾਂ ਨੇ ਮਿਡਲ ਈਸਟ ਤੋਂ ਆ ਕੇ, ਚਾਹੇ ਉਹ ਖਿਲਜੀਜ਼ ਹੋਣ ਜਾਂ ਤੈਮੂਰ ਜਾਂ ਕੋਈ ਵੀ, ਜਿੰਨੇ ਵੀ ਬਾਅਦ 'ਚ ਮੁਗਲਸ ਆ ਗਏ ਸੀਗੇ। ਲੇਕਿਨ 1498 ਦੇ ਵਿੱਚ ਇੱਕ ਟਰੈਵਲਰ ਜਿਹੜਾ ਕਿ ਪੋਰਚੁਗੀ ਸੀਗਾ, ਵਾਸਕੋ ਡੀ ਗਾਮਾ, ਉਹਨੇ ਫਰੋਮ ਦਾ ਕੇਪ ਆਫ ਗੁੱਡ ਹੋਪ, ਯਾਨੀ ਕਿ ਜਿਹੜੀ ਸਾਊਥ ਅਫਰੀਕਾ ਦਾ ਐਂਡ ਜਿਹੜਾ ਪੈਂਦਾ ਕੇਪ ਟਾਊਨ, ਯਾਨੀ ਉਹ ਕੇਪ ਆ, ਉੱਥੋਂ ਉਹਨੇ ਸੇਲ ਕਰਦੇ ਭਾਰਤ ਦੇਸ਼ ਤੱਕ ਪਹੁੰਚ ਗਿਆ। ਔਰ ਇਹੀ ਰੀਜ਼ਨ ਆ ਕਿ ਉਸ ਤੋਂ 100 ਸਾਲ ਬਾਅਦ ਜਾਂ 50-60 ਸਾਲ ਬਾਅਦ ਯੂਰਪ ਤੋਂ, ਯਾਨੀ ਕਿ ਅਦਰ ਇਹਨਾਂ ਏਰੀਆ ਤੋਂ ਵੀ ਲੋਕ ਉੱਥੇ ਜਾਣੇ ਸ਼ੁਰੂ ਹੋ ਗਏ। ਔਰ ਇੰਗਲੈਂਡ ਦੇ ਵਿੱਚ ਇੰਡਸਟਰੀ ਰੈਵੋਲੂਸ਼ਨ ਆ ਗਿਆ, ਔਰ ਇੰਗਲੈਂਡ ਬਹੁਤ ਜਗ੍ਹਾ ਅਫਰੀਕਾ ਦੇ ਵਿੱਚ, ਈਵਨ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਆਲਰੇਡੀ ਜਾ ਚੁੱਕਾ ਸੀ, ਕਾਲੋਨੀਜ਼ ਬਣਾ ਚੁੱਕਾ ਸੀ। ਔਰ ਫ੍ਰੈਂਚ ਵੀ ਇਹੀ ਕੰਮ ਕਰ ਰਹੇ, ਫਰਾਂਸ ਵੀ ਇਹੀ ਕੰਮ ਕਰ ਰਹੇ, ਔਰ ਪੋਰਚੁਗਲ ਵੀ ਇਹੀ ਕਰ ਰਿਹਾ ਸੀਗਾ। ਜਿਸ ਤਰ੍ਹਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਉਹਨਾਂ ਨੇ ਆਪਣੀ ਕਾਲੋਨੀਜ਼ ਬਣਾਈਆਂ, ਲੇਕਿਨ ਇੰਨੀ ਦੇਰ ਉੱਥੇ ਰਹੇ ਕਿ ਜਿਹੜੇ ਉੱਥੇ ਦੇ ਬ੍ਰਿਟਿਸ਼ਰਸ ਲੋਕ ਸੀਗੇ ਉਹ ਉਸ ਜਗ੍ਹਾ ਨੂੰ ਪਿਆਰ ਕਰਨ ਲੱਗ ਪਏ, ਔਰ ਉਹ
ਆਉਣਾ ਨਹੀਂ ਚਾਹੁੰਦੇ ਸੀ, ਛੱਡਣਾ ਨਹੀਂ ਚਾਹੁੰਦੇ, ਉਹ ਆਪਣਾ ਹੀ ਕੰਟਰੀ ਉਹਨੂੰ ਸਮਝਣ ਲੱਗ ਗਿਆ ਸੀ ਜੋ ਜਨਰੇਸ਼ਨ ਬਦਲ ਗਈ। ਲੇਕਿਨ ਬਹੁਤ ਸਾਰੇ ਇਸ ਤਰ੍ਹਾਂ ਦੇ ਬ੍ਰਿਟਿਸ਼ਰ ਸੀਗੇ ਜਿਹੜੇ ਸਿਰਫ ਟ੍ਰੇਡ ਕਰਕੇ ਜਾਂਦੇ ਸੀਗੇ ਔਰ ਉਹ ਚਾਹੁੰਦੇ ਸੀਗੇ ਕਿ ਇੱਥੇ ਰਹਿਣਾ ਨਹੀਂ ਹੈਗਾ, ਅਸੀਂ ਸਿਰਫ ਇੱਥੋਂ ਰॉ ਮਟੀਰੀਅਲ ਜਾਂ ਕੁਛ ਵੀ, ਕਿਉਂਕਿ ਇੰਡਸਟਰੀਅਲ ਰੈਵੋਲੂਸ਼ਨ ਸੀਗਾ ਔਰ ਇੰਡਸਟਰੀਜ਼ ਲੱਗਣ ਦੇ ਨਾਲ ਰॉ ਮਟੀਰੀਅਲ ਇਹਨਾਂ ਕੋਲ ਹੈ ਨਹੀਂ ਸੀਗਾ। ਰॉ ਮਟੀਰੀਅਲ ਗੇਨ ਕਰਨ ਵਾਸਤੇ ਇਹਨਾਂ ਨੇ ਇੱਦਾਂ ਦੀਆਂ ਜਗ੍ਹਾ ਲੱਭੀਆਂ, ਉਹਨਾਂ ਨੂੰ ਆਪਣੀ ਕਲੋਨੀਜ਼ ਬਣਾਇਆ ਔਰ ਇਸੇ ਕਰਕੇ ਭਾਰਤ ਦੇਸ਼ ਦੇ ਵਿੱਚ ਗਏ, ਜਿੱਥੇ ਜਾ ਕੇ ਇਹਨਾਂ ਨੇ ਮਿਨਰਲਸ ਹੋਰ ਜਿਹੜੇ ਹੋਰ ਨੀਲ ਜਾਂ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਲਿਆਉਣੀਆਂ ਸ਼ੁਰੂ ਕੀਤੀਆਂ। ਜਿਸ ਤਰ੍ਹਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਪਹੁੰਚ ਗਈ ਸੀ, ਉੱਧਰ ਫਰੈਂਚ ਈਸਟ ਇੰਡੀਆ ਕੰਪਨੀ ਪਹੁੰਚ ਗਈ ਸੀਗੀ। ਇਹਨਾਂ ਦੇ ਆਪਸ ਵਿੱਚ ਹੀ, ਕਿਉਂਕਿ ਅਸੀਂ ਜ਼ਿਆਦਾ ਇਸ ਡਿਟੇਲ ਵਿੱਚ ਨਹੀਂ ਜਾਣਾ, ਲੇਕਿਨ ਇਹ ਹੋਇਆ ਕਿ ਆਪਸ ਵਿੱਚ ਹੀ ਇਹਨਾਂ ਦੀਆਂ ਜਿਹੜੀਆਂ ਲੜਾਈਆਂ ਹੋਈਆਂ ਕੰਪਨੀਜ਼ ਦੀਆਂ ਆਪਸ ਵਿੱਚ ਹੀ, ਉਹਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਜਿਹੜੀ ਆ ਉਹ ਜਿੱਤ ਕੇ ਸਾਹਮਣੇ ਆਈ ਔਰ ਬਹੁਤ ਸਾਰੀ ਜਗ੍ਹਾ 'ਤੇ ਜਿਹੜਾ ਕਬਜ਼ਾ ਜਿਹੜਾ ਭਾਰਤ ਦੇਸ਼ 'ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਹੀ ਹੋ ਗਿਆ ਸੀ। ਲੇਕਿਨ ਅਗਰ ਅਸੀਂ ਦੇਖਦੇ ਹਾਂ ਗੋਆ ਵਗੈਰਾ ਇੱਧਰ ਸਿਰਫ ਪੋਰਚੁਗੀਜ਼ ਰਹਿ ਗਏ ਸੀਗੇ ਔਰ ਜਿਸ ਪੌਂਡੀਚੇਰੀ ਫਰੈਂਚ ਰਹਿ ਗਿਆ ਸੀਗਾ। ਲੇਕਿਨ ਮੇਨ ਜਿਹੜਾ ਫਰੈਂਚ ਕਾਲੋਨੀ ਸੀਗਾ ਇਹਨਾਂ ਦਾ ਡੋਮੀਨੇਸ਼ਨ ਅਫਰੀਕਾ ਦੇ ਵਿੱਚ ਜ਼ਿਆਦਾ ਸੀਗਾ। ਤਾਂ ਚਲੋ ਅਸੀਂ ਦੇਖਦੇ ਕਿ ਜਦੋਂ ਈਸਟ ਇੰਡੀਆ ਕੰਪਨੀ ਤੇ ਟ੍ਰੇਡ ਕਰਨ ਗਈ ਹੈ, ਕੱਚਾ ਮਾਲ ਲੈ ਕੇ ਆ ਰਹੀ ਹੈ ਉੱਥੇ ਔਰ ਪੈਸੇ ਦੇ ਰਹੀ ਹੈ ਜਾਂ ਨਹੀਂ ਦੇ ਰਹੀ ਹੈ, ਮੁਗਲਸ ਦੇ ਨਾਲ ਇਹਨਾਂ ਦਾ ਸਮਝੌਤਾ ਹੋਇਆ ਸੀ। ਲੇਕਿਨ ਹੌਲੀ ਹੌਲੀ ਉਹਨਾਂ ਦੇ ਬੈਟਲ ਆਫ ਪਲਾਸੀ ਦੇ ਨਾਲ 1757 ਦੇ ਵਿੱਚ ਬੈਟਲ ਆਫ ਪਲਾਸੀ ਦੀ ਜਿੱਤ ਕੇ ਇਹਨਾਂ ਨੇ ਸਿਰਾਜੀ ਦੌਲਾ ਤੋਂ ਇਹਨਾਂ ਨੇ ਆਪਣੀ ਪਾਵਰ ਈਸਟ ਇੰਡੀਆ ਕੰਪਨੀ ਨੇ ਵਿਦ ਦ ਹੈਲਪ ਆਫ ਕਰਾਊਨ ਨੇ ਇਹ ਇਜਾਜ਼ਤ ਦਿੱਤੀ ਇੱਥੇ ਦੀ ਪਾਰਲੀਮੈਂਟ ਨੇ ਕਿ ਤੁਸੀਂ ਇੱਥੇ ਐਡਮਿਨਿਸਟ੍ਰੇਸ਼ਨ ਆਪਣਾ ਕਰ ਸਕਦੇ ਆ ਔਰ ਇਹਨਾਂ ਨੂੰ ਆਰਮੀ ਵੀ ਇਹਨਾਂ ਨੇ ਬਣਾਈ ਆਪਣੀ ਈਸਟ ਇੰਡੀਆ ਕੰਪਨੀ ਤੇ ਸ਼ੁਰੂ ਹੋ ਗਿਆ। ਲੇਕਿਨ ਐਟ ਦੀ ਜਦੋਂ ਫਸਟ ਵਾਰ ਆਫ ਇੰਡੀਪੈਂਡੈਂਸ ਜਿਹਨੂੰ ਅਸੀਂ ਕਹਿੰਦੇ ਉਹ 1857 ਵਿੱਚ ਜਦੋਂ ਜਿਹੜਾ ਮੁਗਲ ਅੰਪਾਇਰ ਦਾ ਪਤਨ ਜਿਹੜਾ ਡਿਕਲਾਈਨ ਆਫ ਮੁਗਲ ਅੰਪਾਇਰ ਜਿੱਦਾਂ ਅਸੀਂ ਕਹਿੰਦੇ ਆ, ਉਹ 1857 ਦੇ ਵਿੱਚ ਫਸਟ ਵਾਰ ਹੋਈ ਆ, ਉਹਦੇ ਨਾਲ ਹੀ ਹੋਇਆ ਔਰ ਤਾਂਤਿਆ ਟੋਪੇ, ਮਹਾਰਾਣੀ ਝਾਂਸੀ ਕੀ ਰਾਣੀ ਜਾਂ ਹੋਰ ਬਹੁਤ ਸਾਰੇ ਟੀਪੂ ਸੁਲਤਾਨ, ਇਸ ਤਰ੍ਹਾਂ ਦੇ ਲੋਕ ਜਿਹੜੇ ਆਏ ਔਰ ਜਿਹੜੀ ਮੇਨ ਇਮੀਡੀਏਟ ਕਾਜ਼ ਸੀਗਾ ਉਹ ਮੰਗਲ ਪਾਂਡੇ, ਹੋਰ ਬਹੁਤ ਸਾਰੇ ਸਿਪਾਹੀ ਜਿਹੜੇ ਕਿ ਮੇਰਠ ਦੇ ਵਿੱਚ ਜਿਨ੍ਹਾਂ ਨੇ ਬਗਾਵਤ ਕਰਦੀ ਸੀ, ਇਹਨਾਂ ਨੂੰ ਕਹਿੰਦੇ ਸੀ ਮਿਊਟਨੀ। ਮਿਊਟਨੀ ਉਹ ਹੁੰਦੀ ਆ ਜਿਹੜੀ ਆਰਮੀ ਹੀ ਆਪਣੇ ਹੀ ਕੰਟਰੀ ਦੇ ਅਗੇਂਸਟ ਰਿਵੋਲਟ ਕਰ ਦੇਵੇ, ਦੈਟ ਇਜ਼ ਕਾਲਡ ਮਿਊਟਨੀ। ਚਲੋ ਇਹ ਜਦੋਂ ਫਸਟ ਵਾਰ ਆਫ ਇੰਡੀਪੈਂਡੈਂਸ ਹੋਈ ਆ ਔਰ ਉਸ ਤੋਂ ਬਾਅਦ ਬਹੁਤ ਨੁਕਸਾਨ ਜਿਹੜਾ ਆ ਦੋਨਾਂ ਪਾਸਿਆਂ ਨੂੰ ਝੇਲਣਾ ਪਿਆ, ਕਿਉਂਕਿ ਇੰਡੀਆ ਦੇ ਵਿੱਚ ਰੈਵੋਲੂਸ਼ਨਰੀ ਪੈਦਾ ਹੋ ਰਹੇ ਸੀਗੇ ਔਰ ਕੁਛ ਆਰਗੇਨਾਈਜੇਸ਼ਨਸ ਵੀ ਬਣ ਰਹੀਆਂ ਸੀਗੀਆਂ। ਬਹੁਤ ਸਾਰੇ ਆਪਣੇ ਆਪਣੇ ਆਰਗੇਨਾਈਜੇਸ਼ਨਸ ਦੇ ਜਾਂ ਬੜੇ ਬੜੇ ਫਿਲਾਸਫਰ ਜਿਹੜੇ ਉਹਨਾਂ ਦੇ ਆਪਣੇ ਆਪਣੇ ਆਈਡੀਆਜ਼ ਸੀਗੇ। ਕਈ ਫਿਲਾਸਫਰ ਕਹਿੰਦੇ ਸੀਗੇ ਕਿ ਅਸੀਂ ਇਹਨਾਂ ਦੀ ਹੀ ਲੈਂਗੁਏਜ ਸਿੱਖ ਕੇ ਇਹਨਾਂ ਨੂੰ ਆਪਣੀ ਅਸੀਂ ਗੱਲ ਸਮਝਾ ਸਕਦੇ ਹਾਂ। ਕਈ ਕਹਿੰਦੇ ਸੀ ਕਿ ਇਹਨਾਂ ਦੀ ਲੈਂਗੁਏਜ ਕਿਉਂਕਿ ਸਾਡੀ ਦੇਸ਼ ਆ, ਸਾਡੀ ਮਿੱਟੀ ਆ, ਇਹ ਸਾਡੇ 'ਤੇ ਰਾਜ ਕਿਉਂ ਕਰ ਸਕਦੇ ਆ। ਉਹ ਜਿਹੜੇ ਐਕਸਟ੍ਰੀਮਿਸਟ ਜਿਹੜੇ ਰੈਵੋਲੂਸ਼ਨਰੀ ਬਣ ਗਏ ਉਹ। ਸੋ ਇਸ ਤਰ੍ਹਾਂ ਦੇ ਮਕਾਮ ਆਉਂਦੇ ਗਏ। ਲੇਕਿਨ ਜਦੋਂ ਬ੍ਰਿਟਿਸ਼ ਗੌਰਮੈਂਟ ਨੇ ਦੇਖਿਆ ਕਿ ਈਸਟ ਇੰਡੀਆ ਕੰਪਨੀ ਇਜ਼ ਨਾਟ ਕੈਪੇਬਲ ਟੂ ਰੂਲ ਓਵਰ ਇੰਡੀਆ, ਤਾਂ ਇਹਨਾਂ ਨੇ ਟਰਾਂਸਫਰ ਆਫ ਪਾਵਰ ਕਰ ਦਿੱਤੀ ਕਿ ਈਸਟ ਇੰਡੀਆ ਕੰਪਨੀ ਤੋਂ ਪਾਵਰ ਲੈ ਕੇ ਸਿੱਧੀ ਕਰਾਊਨ ਦੇ ਕੋਲ ਪਾਵਰ ਚਲ ਗਈ। ਇੱਕ ਕਾਲ आई है ਸਾਡੇ ਕੋਲ, दे दें। हेलो जय गुरुदेव जी। नमस्ते जी। नमस्ते जी। कौन बोल रहे जी? मैं मधु बोल रही हूँ। मधु जी स्वागत है आपका, क्या कहना चाहते हैं? आपको तो बहुत नॉलेज है। मैं जो गोवा की बात आप कर रहे हैं जी, गोवा got independent in 1957 जी। सारी इंडिया इंडिपेंडेंट हो गई, बट गोवा अभी तक वो 61 में हुआ, 61 में हुआ था। हाँ 61, you are जी, right, जी, I'm wrong, जी। you're right, No yeah. problem। 61 जी, they started the movement, जी, they did started the movement 1957 जी, and 61 में इंडिपेंडेंट हुआ। जी, फॉरेन गुड्स जो है वो बॉम्बे में और किसी एरिया से वहाँ पे नहीं आ सकते थे, बट यू कैन गो टू गोवा, जी, बाय देयर, जी, and because my uncle had a front French chiffon sari shop, जी, जी, so he could only get a license in a Goa, not in a Bombay or any other Indian part, because Nehru put the restricted on the foreign goods। जी। अच्छा, एक और चीज आपसे पूछनी है जी। कि नेहरू ने आई थिंक अराउंड 54 someone wrote him a letter, somebody called Mr. Ingorani,
Yeah. And he wrote him a letter that why can't you do something about the ladies? They can work. Yeah. And then he allowed ladies to work in the office. Yeah. And do you know anything about that? Yeah. I'm telling you, in 1951, the first law minister, Dr. B.R. Ambedkar ji, he put the bill, bill in the parliament, which is called Hindu Code Bill, Okay. in which all the women empowerment was written, all the fundamental rights for the women, equality, fraternity, everything was written. But at that moment, all the other parliamentarians opposed this bill, and Dr. B.R. Ambedkar resigned 1951. And Jawaharlal Nehru promised him that this bill I will pass, but in 4 parts, not equally all that, then first, second, third, fourth. So he done in 1954, 1953, when the first election come, 1952, first general election. And during that, he propagated that the Hindu code I will introduce. Then the rights for the women to work in the offices, anywhere, even in the politics, even they can be the chief minister of state, can be prime minister of India, can be president of India. Hanji. There was a first speaker in Nehru's parliament. Yeah. He called Jeti Sipai Malani. Ji. She was the first woman speaker in the whole world. Ji. Jeti Sipai Malani. And she never married because she was a freedom fighter. There was many ladies who were free. Yes, yes. Free. Rajkumari Amrit Kaur was the first health minister. Bilkul. Yeah, because she paid her energy to make AIIMS in Delhi. So the thing is that we generally जो लोगों को attitude था ना, that was a different. Yeah. उनको वो प्यार था हिंदुस्तान से. जी. आजादी के लिए प्यार था. जी. अब तो okay, Madhu madam. सब हिंदुस्तानी हो रहे हैं यहाँ पे वो. Actually, our topic is today's Republic Day of India. So I congratulate all Indians living anywhere in the world that 75th Republic Day of India. Thank you, Madhuji. So nice of you. Nice talking. So thank you very much. So Madhu ji ऐसे उन्होंने अपना ladies जब women empowerment की गल करके गए कि किदों पंडित जवाहरलाल नेहरू ने इट स्टार्टड फ्रॉम डॉक्टर B.R. अंबेडकर जी. चलो अगे चलते, जिस तरह से देखते हैं कि ट्रांसफर ऑफ पावर हो गया, सीधी पावर कराने को चल गई और पार्लीमेंट दे विच एक पोस्ट क्रिएट की गई जिन्होंने कहते हैं सैक्रटरी ऑफ स्टेट फॉर इंडिया. उन्हें है इंडिया के ब्रिटिश विच रहना, वो एक जिस तरह अदर मिनिस्टर होंगे कैबिनेट मिनिस्टर इदा रहेगा, लेकिन इंडिया दे विच एक पावर दी, गवर्नर जनरल को खत्म कर दी, पोस्ट एबॉलिश करके एक वायसराय बना दिता और इत्थों वायसराय इंडिया में रहूगा जिथे अजकल प्रेजिडेंट रह रहे साढ़े, वो वायसराय हाउस से एक्चुअली. और इस तरह स्ट्रगल चलती रही, रेवोल्यूशन आते गए और अपनी और 1885 दे विच इंडियन नेशनल कांग्रेस बन गई. और पहला तो ट्रेडर्स से बड़े जोड़े अमीर लोग से उन्होंने बनाया सीगा कि असी गौरमेंट दे विच साडी भी साझेदारी होनी. हौली हौली एक रेवोल्यूशन ते आ गई. असी पहुँचते हैं कि जदों और दूसरे रेवोल्यूशनरी भी नाल चलते रहे, जैसे शहीद आजम भगत सिंह जी, मदन लाल टिंगरा जी, ईवन जिन्ने भी साढ़े करतार सिंह सराभा जी और उधम सिंह जी, ये तो नाल चल रहे हैं, चंद्रशेखर आजाद जी. और एक इंपॉर्टेंट असी जो कॉन्स्टिट्यूशन की गल करते हैं या रिपब्लिक डे की गल करते हैं, इंपॉर्टेंट इज़ कि जदों ਜਿਹੜੇ ਕਾਂਗਰਸ ਦਾ ਸੈਸ਼ਨ ਜਿਹੜੇ ਹਰ ਸਾਲ ਵਿੱਚ ਚੱਲਦਾ ਸੀਗਾ, ਹਰ ਸਾਲ ਹੁੰਦਾ ਸੀ ਔਰ ਹਰ ਸਾਲ ਨਵਾਂ ਪ੍ਰੈਜ਼ੀਡੈਂਟ ਬਣਦਾ ਸੀਗਾ. 1929 ਲਾਹੌਰ ਸੈਸ਼ਨ, ਪੰਡਿਤ ਜਵਾਹਰਲਾਲ ਨਹਿਰੂ ਵਾਸ ਦਾ ਪ੍ਰੈਜ਼ੀਡੈਂਟ ਆਫ दैट ਇੰਡੀਅਨ ਨੈਸ਼ਨਲ ਕਾਂਗਰਸ ਐਟ दैट टाइम. एंड ऑन द रिवर रावी he
he made a speech in front of his delegates, all the members of Indian National Congress, और उन्हें क्या सीगा कि it was the 29th of December और 31st of December 1929, उन्हें क्या सीगा कि ਜਿਹੜਾ next ईयर यानी कि 1930 आएगा ਉਹਦੇ ਵਿੱਚ ਜਿਹੜਾ 4th Sunday होगा, and we are declaring that 4th Sunday of next year, यानी कि next year January 4th Sunday will be our complete independence, संपूर्ण स्वतंत्रता। और लिख दिता सी उन्होंने कि असी चाहे आज़ादी भावें सानू 100 साल बाद मिले, चाहे 50 साल बाद मिले, पर 26 जनवरी 1930 जिहड़ा असी एक डिकलेयर कर रहे हैं कि 26 जनवरी 1930 तो बाद भारत देश नू असी आज़ाद समझांगे। ये आइडिया उन्होंने कित्थों लिया? ये आइडिया लिया उन्होंने अमेरिका तो, USA तो उन्होंने आइडिया लिया, क्योंकि USA दे विच जिस तरह असीं पहला गल करके हटिया कि उत्थे जिहड़े रहण लग पे सी लोग, ब्रिटिशर्स सीगे, ਉਹ बन गए पैट्रियट्स कि असीं अपने देश नूं प्यार करदे सी, इत्थे रहना। और जिहड़े आके ट्रेड करदे सी वो लॉयलिस्ट बन गए, किहदे? ब्रिटिश दे लॉयलिस्ट बन गए। लॉयलिस्ट और पैट्रियट्स दे विच लड़ाई हुई। पैट्रियट्स दी वो अपनी आज़ादी चाहुंदे सी, इन्हां तो वार ऑफ इंडिपेंडेंस शुरू हो गई, और ये एक्चुअली बॉस्टन टी पार्टी तो 1773 दे विच शुरू हो गया इसका। लेकिन 1776 दे विच स्ट्रगल शुरू हो गई, 1775 ਦੇ ਵਿੱਚ। लेकिन वो जिन्ने लीडर सीगे पैट्रियट्स के लीडर जिहड़े सीगे, जिहदे विच जॉर्ज वाशिंगटन भी सीगे, जिहड़े कि बाद दे विच सॉरी जॉर्ज वाशिंगटन नहीं सीगे उस वेले, होर लीडर सीगे, उन्होंने एक प्लेज लिया कि 4th जुलाई 1776 वी डिक्लेयर दैट अमेरिका इज़ इंडिपेंडेंट फ्रॉम ब्रिटिशर्स। पर कदों सानू आज़ादी मिलती है? इट डिपेंड्स अपॉन द वार, आई मीन आवर स्ट्रगल, आवर रिवॉल्ट, आवर कन्फ्रंट्रेशन विद द लॉयलिस्ट्स। पर उन्होंने डिक्लेयर करता कि 4 जुलाई, हालांकि उन्होंने आज़ादी जाके मिली आ 1783 दे विच, और 1783 दे विच इंडिपेंडेंस, और ये दिन भी ये नहीं सीगा, 4 जुलाई नहीं सीगी। और 1783 तो बाद उन्होंने कॉन्स्टिट्यूशन लिखण 4 साल, तो 87 दे विच कॉन्स्टिट्यूशन उन्होंने कंप्लीट होया। हालांकि फस्ट जिन्हों पार्चमेंट कहते, पार्चमेंट हुंदा है कि जिहड़े लैम या काओ या काल, इन्हां दे जिहड़ी स्किन हुंदी है, स्किन तो भी होर थल्ले होर स्किन हुंदी है, उहदा एक लिखण वास्ते बनाया जाता, उन्होंने पार्चमेंट कहा जाता, कि यानी कि इन्हां जिहड़ा कॉन्स्टिट्यूशन सीगा ओनली 4 पेजिस कॉन्स्टिट्यूशन पार्चमेंट से सीगा। और 1783 विच उन्होंने 4 साल बनने नूं लग गए। 1787 दे विच कंप्लीट होया, 1788 दे विच रैक्टिफाई होया, और 1789 तो कमेंसमेंट ऑफ अमेरिकन कॉन्स्टिट्यूशन शुरू होया। मतलब ये आइडिया इंडियन नेशनल कांग्रेस ने उत्थों लिया कि 26 जनवरी 1930 तो असी अपने आप को आज़ाद समझेंगे, पर डजन रियली मैटर वैन वी गैट इंडिपेंडेंस। तो ये स्ट्रगल शुरू, ये 26 जनवरी की इंपॉर्टेंस है। लेकिन अगे जो चलते हैं स्ट्रगल चल रही है, लेकिन एट द एंड आफ्टर सैकेंड वर्ल्ड वार, जिदा चौहान साहब भी दस के गए कि आफ्टर 70 आई मीन आफ्टर सैकेंड वर्ल्ड वार 1945 गौरमेंट चेंज हो गई इत्थे, और लेबर पार्टी है, लेबर ने पहले कहा कि अगर असी पावर में आवांगे तो असी भारत को आज़ाद कर देवांगे। और दे केम इन पावर, मिस्टर एटली वॉज द प्राइम मिनिस्टर, और पार्लीमेंट दे विच कानून जिहड़ा कि 18 जुलाई 1947 नूं कंप्लीट हो गया सी इंडियन इंडिपेंडेंस एक्ट। इंडियन इंडिपेंडेंस एक्ट की सीगा, उहदे विच दस्सिया कि वी आर गोइंग टू डिक्लेयर इंडिया 2 डोमिनियंस, मतलब एक इंडिया होएगा, एक पाकिस्तान होएगा, 2 डोमिनियंस हो गए। और दोनों डोमिनियंस जिहड़े आ वो अपना फुल फ्लैज सॉवरन होंगे, लेकिन उन्हों दा हैड ऑफ स्टेट जिहड़ा आ वो इंग्लैंड दा होएगा। इंग्लैंड वालों नहीं जाएगा, इंग्लैंड इंडिया या पाकिस्तान के जिहड़े रिप्रैजेंटेटिव आ वही अपना हैड बनाउणगे। वो कौंसल की जिहड़ी पार्लीमेंट, यानी कौंसल पार्लीमेंट नूं कहा जाता है कि कौंसल के सिफारिश के नाल होएगा। तो डोमिनियन हो गया, और नाल ही उन्होंने कह दिता कि जिहड़ा जिन्ना चिकर इंडिया का कॉन्स्टिट्यूशन कंप्लीट नहीं हुंदा,
क्योंकि हले चल रहा प्रोसैस। 29 अगस्त 1947 ਨੂੰ ਜਿਹੜੀ ड्राफ्टिंग कमेटी बनी ਜਿਹਦੇ चेयरमैन डॉक्टर BR अंबेडकर जी बने और उन्होंने 6 मैंबर होर सीगे और उन्होंने लिखना शुरू दिन रात उन्होंने एक कर दिता। और इस इंडिपेंडेंस डे जोड़ा है वो 15 अगस्त 1947 ਨੂੰ आ गया। और उस वेले इंडियन नैशनल कांग्रेस ब्रिटिश गौरमेंट ਨੂੰ ਇਹ नहीं कह सकती सी कि वी वांट इंडिपेंडेंस डे ऑन 26 जनवरी। अगर वो जनवरी कहते हैं क्योंकि उस वे अगस्त चल रहा है तो 5-6 महीने होर वेट करनी पैनी है। तो इंडिया किसी भी कॉस्ट पर वेट नहीं करना चाहता सीगा कि असी क्यों वेट करिए, ਜਿਹੜੇ भी दिन सानू आज़ादी देंदे इस ओके नो प्रॉब्लम। 15 अगस्त 1947 ਨੂੰ ਜਦੋਂ ਇਹ ਇੰਡੀਪੈਂਡੈਂਸ ਹੋ ਗਈ ਤੇ ਔਰ ਨਾਲ ਹੀ ਇੰਡੀਪੈਂਡੈਂਸ ਐਕਟ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਇੰਡੀਆ ਵਿਲ ਬੀ ਡੋਮੀਨੀਅਨ ਅੰਟਿਲ ਟਿਲ ਦ ਕਨਸਟੀਟਿਊਸ਼ਨ ਆਫ ਇੰਡੀਆ ਇਜ਼ ਕੰਪਲੀਟਡ। ਨਾਲ ਐਡਮਿਨਿਸਟ੍ਰੇਸ਼ਨ ਕਿੱਦਾਂ ਚੱਲੂਗਾ ਫਿਰ? कॉन्स्टिट्यूशन इनफोर्समेंट में नहीं है, कमेंसमेंट नहीं हुई, हाले तो बन रहा है, फिर चलू किदा। उन्होंने कहा दी गवर्नमेंट ऑफ इंडिया एक्ट 1935 जो है उहदे हिसाब नाल चलूगा। और उहदे विच सारा कुछ लिख दिता कि जिहड़ा वायसराय दी जिहड़ी पोजीशन आ वो एबॉलिश करके दोबारा, क्योंकि पहला भी गवर्नर जनरल हुंदा सी ईस्ट इंडिया कंपनी दे विच, लेकिन जो ट्रांसफर ऑफ पावर होया तो इत्थों एक मेन इन्हां दा जो काफ़ी स्टेटस मिनिस्टर का स्टेटस हुंदा सी उहदा, जो कि सैक्रेटरी ऑफ स्टेट फॉर इंडिया भेजदा सी। उस वेले गवर्नर जनरल की पोस्ट खत्म करके वायसराय होर भी बड़ा हुंदा है तो वायसराय नूं बना दिता है। लेकिन हुण इंडिया फिर डोमीनियन हो गया क्योंकि नो मोर अंडर द ब्रिटिश गवर्नमेंट। तो जिहड़े डोमीनियन आ उत्थे फिर गवर्नर जनरल होएगा, वायसराय की पोस्ट को फिर अबॉलिश किया गया, फिर गवर्नर जनरल बनाया गया। क्योंकि उस वेले माउंट बैटन से माउंट बैटन ने कहा जिन्ना चिकर रिकनस्ट्रक्शन थोड़ा नहीं होंदा सारा कुछ आर्मी रूल्स या जो कुछ भी थोड़े सिस्टम जिन्ना चिकर नहीं मैं उन्नी देर रहूँगा, उस तो बाद मैं चल जाऊँगा। और फिर इंडिया का ही जड़ा कोई भी मैंबर जड़ा वो गवर्नर जनरल बनेगा। और इंडिया के फस्ट ब्रिटिशर फस्ट गवर्नर जनरल जोड़े से आफ्टर इंडिपेंडेंस वो माउंट बैटन से। और माउंट बैटन 1948 दे विच आ गया सी। उस तो बाद CR यानी कि चक्रवर्ती राजगोपालाचार्य उन्होंने गवर्नर जनरल बनाया गया। लेकिन इन द मीन टाइम पहला एक कंस्टीट्यूट असैंबली बनी है, डॉक्टर राजेंद्र प्रसाद वो चेयरमैन है। और बाकी मैंबर्स जिहड़े जिस तरह एक इंटरिम गवर्नमेंट भी बन गई सी, उन्हां दे विचों ही मिनिस्टर लै लिया सी, उन्हां दे विचों ही प्रेजिडेंट बना लिया सी, उहदे विचों ही प्राइम मिनिस्टर बन गए, उहदे विचों ही बाबा साहब डॉक्टर BR अंबेडकर जी फस्ट लॉ मिनिस्टर सीगे और फस्ट लेबर मिनिस्टर बाबू जगजीवन राम, और मौलाना आज़ाद जी फस्ट एजुकेशन मिनिस्टर है, और वल्लभ भाई पटेल जी फॉर होम मिनिस्टर है, होर भी मिनिस्ट्रियाँ उन्हां दे कोल सीगियां। और नाल ही राजकुमारी अमृत कौर जी ये हैल्थ मिनिस्टर रहे हैं। सो ये इन्हां दी एक गवर्नमेंट बन गई सी। और 2 सैशन चलते सी, एक सैशन चलता सी अज अगर सैशन आ तो अज पार्लीमेंट का सैशन आ तो अज एक संविधान की कोई गल नहीं होगी, लेकिन जो पार्लीमेंट में किहड़े कानून पास करने की करना वो हुंदा। और नैक्सट वीक जिहड़े सैशन चल रहा है वही मैंबर आ सारे और वो संविधान के बारे गल कर रहे हैं। और इस तरह संविधान जिहड़ा कंप्लीट होया, डोमीनियन हो गया इंडिया। और डोमीनियन तो बाद 26 नवंबर 1949 कंप्लीट हो गया। हुण एक ये उदन कंप्लीट होके बाबा साहब अम्बेडकर जी ने पंडित नेहरू और वल्लभ भाई पटेल और डॉक्टर राजेंद्र प्रसाद जी ने संविधान सौंप दिता। और पार्लीमेंट दे विच उन्होंने ये गल कही सी कि मैं अपनी वालों ये संविधान एक यूनीक संविधान बनाया, इट इज़ ए यूनीक कॉन्स्टिट्यूशन एंड it is you cannot compare this constitution to other constitution in the world। नाल उन्होंने ये कह दिता सीगा कि if this constitution go to good hands then it will be proved the greatest constitution, but if this constitution goes in the wrong hands यानी false या दूसरे हत्थों में चल गया तो फिर यही संविधान जिहड़ा है वो ठीक नहीं रहेगा। तो उन्होंने ये दिता संविधान। लेकिन हुण इंडियन नैशनल कांग्रेस जिहड़ी सी उन्होंने 26 जनवरी जिहड़ा उन्होंने 1930 दे विच कीता है सीगा,
ਉਹਨਾਂ ਨੇ ਹੁਣ ਸੋਚਿਆ ਕਿ ਅਸੀਂ ਉਹ ਡਿਕਲੇਰੇਸ਼ਨ ਕੀਤੀ ਹੋਈ ਆ ਤੇ ਅਸੀਂ ਹੁਣ 26 ਸੰਵਿਧਾਨ ਹੁਣ ਖਤਮ ਹੋ ਗਿਆ, ਲੇਕਿਨ ਅਸੀਂ ਆਫਟਰ 1 ਮੰਥ ਯਾਨੀ ਕਿ ਨਵੰਬਰ ਦਸੰਬਰ ਆਫਟਰ 2 ਮੰਥਸ 26 ਨਵੰਬਰ 26 ਦਸੰਬਰ 26 ਜਨਵਰੀ ਐਗਜ਼ੈਕਟਲੀ 2 ਮੰਥਸ ਕਿ ਜਿਸ ਤਰ੍ਹਾਂ ਪਹਿਲਾਂ ਸੀਗੇ ਉਸ ਤਰ੍ਹਾਂ ਵੇਟ ਕਰ ਲਓ। ਲੇਕਿਨ ਕੁਛ ਆਰਟੀਕਲਸ ਜਿਹੜੀਆਂ ਸੀਗੀਆਂ ਉਹਨਾਂ ਨੇ ਉਦਣੀ ਫਾਰਮੂਲੇਟ ਕਰ ਦਿੱਤੀਆਂ ਸੀ, ਜਿਸ ਤਰ੍ਹਾਂ ਜਨਰਲ ਇਲੈਕਸ਼ਨ ਕਮਿਸ਼ਨ ਨੇ, ਕਿਉਂਕਿ ਇਲੈਕਸ਼ਨ ਕਰਾਉਣਾ ਸੀ ਇਸ ਕਰਕੇ, ਔਰ ਦੂਸਰੀ ਕਿਉਂਕਿ ਇੱਕ ਆਰਟੀਕਲ ਸੀਗੀ ਸੰਵਿਧਾਨ ਦੀ ਆਰਟੀਕਲ 395 ਉਹਦੇ ਵਿੱਚ ਕੁਛ ਨਹੀਂ ਸੀਗਾ, ਸਿਰਫ ਇਹ ਸੀਗਾ ਕਿ ਜਿਹੜੇ ਡੋਮੀਨੀਅਨ ਦੇ ਵਿੱਚ ਇੰਡੀਅਨ ਇੰਡੀਪੈਂਡੈਂਸ ਐਕਟ ਦੇ ਵਿੱਚ ਜੋ ਕੁਛ ਲਿਖਿਆ ਉਹਨੂੰ ਰਿਪੀਲ ਕਰਨਾ, ਯਾਨੀ ਉਹਨੂੰ ਖਤਮ ਕਰਨਾ। ਉਹ ਆਰਟੀਕਲ ਜਿਹੜੀ ਉਦਣ ਹੀ ਲਾਗੂ ਕਰ ਦਿੱਤੀ ਕਿ ਸਾਰਾ ਕੁਛ ਜਿਹੜਾ ਆ ਉਹ ਖਤਮ ਹੋ ਗਿਆ, ਜੋ ਵੀ ਡੋਮੀਨੀਅਨ ਸਟੇਟਸ ਵੀ ਖਤਮ ਹੋ ਗਿਆ, ਔਰ ਜੋ ਸੰਵਿਧਾਨ ਇੰਡੀਅਨ ਇੰਡੀਪੈਂਡੈਂਸ ਐਕਟ 35 ਹਲੇ ਰੱਖਿਆ 2 ਮਹੀਨੇ ਹੋਰ, ਔਰ 26 ਜਨਵਰੀ 1950 ਨੂੰ ਇਹ ਸੰਵਿਧਾਨ ਪੂਰੀ ਤਰ੍ਹਾਂ ਕਮੈਂਸਮੈਂਟ ਦੀ ਹੋ ਗਈ, ਔਰ ਉਸ ਦਿਨ 26 ਜਨਵਰੀ 1950 ਇਜ਼ ਦਾ ਕੰਪਲੀਟ ਇੰਡੀਪੈਂਡੈਂਸ। ਹੈਲੋ ਜੈ ਗੁਰਦੇਵ ਜੀ। ਹਾਂ ਜੈ ਗੁਰਦੇਵ ਜੀ, ਜੁਗਲ ਸਾਹਿਬ। ਉਹ ਮਿੱਡਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਪਹਿਲਾਂ ਤਾਂ ਆਜ਼ਾਦੀ ਦੇ ਦਿਨ ਦੀਆਂ ਐਡਵਾਂਸ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ। ਰਿਪਬਲਿਕ ਡੇ। ਹਾਂਜੀ ਹਾਂਜੀ, ਰਿਪਬਲਿਕ ਡੇ ਦੀਆਂ ਜੀ। ਔਰ ਤੁਸੀਂ ਬੜਾ ਅੱਛਾ ਟੌਪਿਕ ਉਹਦੇ ਬਾਰੇ ਵਰਣਨ ਕਰ ਰਹੇ ਹੋ। ਤੁਸੀਂ ਅਮਰੀਕਾ ਦੀ ਦਿੱਤੀ ਸੀ 4 ਜੁਲਾਈ ਦੀ ਮਿਸਾਲ ਦਿੱਤੀ ਸੀ ਇੰਡੀਪੈਂਡੈਂਸ ਦੀ, ਉਹਨਾਂ ਨੇ ਧਾਰਨਾ ਰੱਖੀ ਆ ਜੀ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਇੰਟੈਲੀਜੈਂਸ ਦੇ ਮੁਤਾਬਕ ਜੀ ਕਿ ਜਿਹੜੀ ਭਾਰਤ ਦੇ ਵਿੱਚ ਇਸ ਵੇਲੇ ਕਸ਼ਮਕਸ਼ ਵਿੱਚ ਚੱਲ ਰਹੀ ਕੌਨਫਲਿਕਟ ਜਿਹੜੀ ਆਪਣੇ ਹਿੰਦੂਤਵ ਔਰ ਜਿਹੜੇ ਦੂਸਰੇ ਹੈਗੇ ਧਾਰਨਾ ਵਾਲੇ ਜਿਹੜੇ ਕਿ ਉਹਦੇ ਵਿੱਚ ਤੁਹਾਡਾ ਕੀ ਅਨੁਮਾਨ ਹੈ ਕਿ ਭਾਰਤ ਦੇ ਵਿੱਚ ਕੀ ਐਸਟੈਬਲਿਸ਼ ਹੋਊਗਾ? ਹਿੰਦੂਤਵ ਐਸਟੈਬਲਿਸ਼ ਹੋਊਗਾ ਕਿ ਜਿਹੜਾ ਆਪਣੇ ਸੈਕੂਲਰ ਧਾਰਨਾ ਹੈ ਉਹ ਐਸਟੈਬਲਿਸ਼ ਹੋਏਗੀ? ਐਕਚੁਅਲੀ ਤਾਂ ਕਿਉਂਕਿ ਜਿਹੜਾ ਸੈਕੂਲਰ ਵਰਡ ਪਹਿਲਾਂ ਜਦੋਂ ਸੰਵਿਧਾਨ ਲਾਗੂ ਹੈ ਉਸ ਵੇਲੇ ਹੈ ਨਹੀਂ ਸੀਗਾ, ਨਾ ਸੈਕੂਲਰ ਸੀਗਾ ਨਾ ਸੋਸ਼ਲਿਸਟ ਸੀਗਾ। ਪ੍ਰੀਐਂਬਲ ਦੇ ਵਿੱਚ ਇਹ ਜੋੜੇ ਗਏ ਆ 42nd ਅਮੈਂਡਮੈਂਟ 1976 ਦੇ ਵਿੱਚ, ਔਰ ਇੱਕ ਤੀਜਾ ਵਰਡ ਜੋੜਿਆ ਗਿਆ ਇੰਟੈਗ੍ਰਿਟੀ, ਔਰ ਨਾਲ ਇਹ ਵੀ ਲਾਅ ਪਾਸ ਹੋਇਆ ਸੀ ਕਿਉਂਕਿ ਕੇਸ਼ਵਾਨੰਦ ਭਾਰਤੀ ਕੇਸ ਹੋਇਆ ਸੀ ਸੈਂਟਰ ਗਵਰਨਮੈਂਟ ਦੇ ਨਾਲ। ਉਹ ਜੋ ਵਰਡਿਕਟ ਆਇਆ ਸੁਪਰੀਮ ਕੋਰਟ ਦਾ, ਉਹਨਾਂ ਨੇ ਕਿਹਾ ਕਿ ਜਿਹੜੀ ਪ੍ਰੀਐਂਬਲ ਆ ਇਹ ਇੱਕ ਹਿੱਸਾ ਆ ਕੰਸਟੀਟਿਊਸ਼ਨ ਦਾ, ਔਰ ਨਾਲ ਹੀ ਇਹ ਜਿਹੜਾ ਇਹਦੇ ਵਿੱਚ ਵਰਡ ਕੋਈ ਕੱਟ ਨਹੀਂ ਸਕਦੇ, ਅਸੀਂ ਡਿਲੀਟ ਨਹੀਂ ਕੋਈ ਵੀ ਕਰ ਸਕਦੇ, ਸਿਰਫ ਵਿੱਚ ਅਸੀਂ ਐਡ ਕਰ ਸਕਦੇ ਹਾਂ। ਤੋ ਹੁਣ ਮੈਂ ਤੁਹਾਡੇ ਟੌਪਿਕ 'ਤੇ ਆ ਰਿਹਾ। ਸੈਕੂਲਰ ਹੈਗਾ ਆ, ਲੇਕਿਨ ਬਾਬਾ ਸਾਹਿਬ ਜੀ ਅੰਬੇਡਕਰ ਜੀ ਨੇ ਪਾਰਲੀਮੈਂਟ ਦੇ ਵਿੱਚ 26 ਜਨਵਰੀ 1950 ਨੂੰ ਖੜ੍ਹੇ ਹੋ ਕੇ ਕਿਹਾ ਸੀਗਾ ਕਿ ਅਗਰ ਇਹ ਸੰਵਿਧਾਨ ਗਲਤ ਹੱਥਾਂ ਵਿੱਚ ਚਲ ਜਾਵੇ ਤਾਂ ਇਹ ਸੰਵਿਧਾਨ ਜਿਹੜਾ ਗਲਤ ਸਾਬਿਤ ਹੋਊਗਾ, ਅਗਰ ਇਹ ਸੰਵਿਧਾਨ ਅੱਛੇ ਹੱਥਾਂ ਦੇ ਵਿੱਚ ਹੋਵੇਗਾ ਤਾਂ ਇਹ ਸੰਵਿਧਾਨ ਦਾ ਗ੍ਰੇਟੈਸਟ ਕੰਸਟੀਟਿਊਸ਼ਨ ਆਫ ਦਾ ਵਰਲਡ ਹੋਵੇਗਾ। ਹੁਣ ਅਸੀਂ ਇਹ ਫੈਸਲਾ ਇਹ ਕਰਨਾ ਆ ਕਿ ਜਿਹੜੇ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਆ, ਕਿਉਂਕਿ ਪਾਵਰ ਜਿਹੜੀ ਇਸ ਵੇਲੇ ਹੈਗੀ ਆ ਉਹ ਉਹਨਾਂ ਹੱਥਾਂ ਦੇ ਵਿੱਚ ਆ ਜਿਹੜੇ ਇੱਕ ਧਰਮ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਜਦ ਕਿ ਉਹ ਧਰਮ ਵੀ ਨਹੀਂ ਹੈਗਾ। ਹਿੰਦੂ ਕੋਈ ਧਰਮ ਨਹੀਂ ਹੈਗਾ, ਕਿਤੇ ਵੀ ਇਹ ਵਰਡ ਨਹੀਂ ਹੈਗਾ ਹਿੰਦੂ ਧਰਮ। ਸਨਾਤਨ ਧਰਮ ਅਸੀਂ ਕਹਿ ਸਕਦੇ ਹਾਂ ਜਾਂ ਹੋਰ ਕੁਛ ਕਹਿ ਸਕਦੇ ਹਾਂ, ਪਰ ਹਿੰਦੂ ਧਰਮ ਕਿਸੇ ਵੀ ਗ੍ਰੰਥ ਦੇ ਵਿੱਚ, ਕਿਸੇ ਵੀ ਬੁੱਕ ਦੇ ਵਿੱਚ ਕਿਤੇ ਵੀ ਨਹੀਂ ਹੈਗਾ, ਲੇਕਿਨ ਇਹ ਆਪਣੇ ਆਪ ਬਣਾਇਆ। ਅਤੇ ਜਿਸ ਤਰ੍ਹਾਂ ਜੋ ਅੰਬੇਡਕਰ ਰਾਈਟਸ ਜਿਹੜੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਆ, ਜਿਹੜੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਆ, ਜਿਹੜੇ ਇਹ ਸੋਚਦੇ ਆ ਕਿ ਇੰਡੀਆ ਇਜ਼ ਅ ਸੈਕੂਲਰ ਕੰਟਰੀ, ਉਹ ਅੰਦੋਲਨ ਕਰਨਗੇ ਜਾਂ ਚੱਲ ਵੀ ਰਹੇ ਆ। ਔਰ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਬੜਾ ਮੁਸ਼ਕਿਲ ਆ ਕਿ ਹਿੰਦੂਤਵ ਨੂੰ ਲਿਆਉਣਾ ਔਰ ਸੰਵਿਧਾਨ ਨੂੰ ਖਤਮ ਕਰਨਾ। ਸੋ ਤੁਹਾਡੇ ਮੁਤਾਬਕ ਸੈਕੂਲਰਿਜ਼ਮ ਜਿਹੜਾ ਸੈਕੂਲਰ ਸਟੇਟ ਜਿਹੜੀ ਆ ਉਹ ਹੋਣੀ ਚਾਹੀਦੀ ਹੈ? ਇਟ ਵਿਲ ਬੀ ਪ੍ਰੀਵੇਲਡ ਸੈਕੂਲਰਿਜ਼ਮ। ਓਕੇ, ਥੈਂਕ ਯੂ ਸਰ। ਇਹ ਹਰਬੰਸ ਮਿੱਡਾ ਜੀ ਸੀਗੇ ਔਰ ਬਹੁਤ ਅੱਛੇ ਆਪਣੇ ਵਿਚਾਰ ਦੇ ਕੇ ਜਾਂਦੇ ਆ। ਔਰ ਹੁਣ 3 ਡੇਟਸ ਸਾਡੇ ਕੋਲ ਆ ਗਈਆਂ। 15 ਅਗਸਤ 1947 यानी 15 अगस्त 1947 इंडिपेंडेंस डे, और 26 नवंबर 1949
फिर यानी कि 26 नवंबर 1949 कॉन्स्टिट्यूशन डे, उस दिन कॉन्स्टिट्यूशन कंप्लीट होया और बाबा साहब अम्बेडकर जी ने सारे जिन्हें 184 मैंबर्स ने साइन किए। फर्स्ट सिग्नेचर वाज डॉक्टर राजेंद्र पाल, सेकंड वाज जवाहरलाल नेहरू एंड थर्ड सिग्नेचर वाज वल्लभ भाई पटेल एंड फोर्थ सिग्नेचर वाज BR अंबेडकर। उस तो बाद 184 इन टोटल। और उस तो बाद जो कैलीग्राफी हुई है या उन्होंने लिखा गया है बना के और साढ़े सामने पेश किया गया। और टाइम दे विच सानू ये वक्त नहीं मिला कि असी नेता जी सुभाष चंद्र जी बारे कोई गल करिए। सो इस तरह करते हैं कि असी नैक्सट वीक जोड़ा आ वो नेता जी सुभाष जी नैक्सट थर्सडे टॉपिक विल बी नेता जी सुभाष चंद्र बोस। सो अज असी सिर्फ रिपब्लिक डे ते एक बार फिर कांची टीवी के इस मंच तो, जो कि कांची टीवी एक इस तरह का चैनल बना रहा है सारे वास्ते कि वी शुड फील प्राउड ऑफ कांची टीवी। कांची टीवी 24 आवर्स है और ये सारा थोड़े सहयोग न चलता और थोड़ा असी तह दिल तो दिल दी गहराई तो फ्रॉम द कोर ऑफ आवर हार्ट्स थैंक्स वेरी मच। तो अगले हफ्ते फिर मिलते हैं इसी इतिहास के पन्ने लैके जिद सुनहरी पन्ना होगा नेता जी सुभाष चंद्र बोस। थैंक यू जी। जय गुरुदेव, धन गुरुदेव जी।